ਅੰਦਰ ਹਿੰਮਤ ਹੈ ਤੁਸੀਂ ਮੁਸਲਸਲ ਗੱਲਾਂ ਕਰਦੇ ਹੋ ਬਾਦਸ਼ਾਹ, ਕਿਧਰ ਮਿਊਟ ਵੀ ਲਾਉਂਦੇ ਹੋ ਅਹਿਮਦ ਸਾਹਿਬ, ਦੂਸਰੇ ਬੰਦੇ ਦੀ ਗੱਲ ਸੁਣਦੇ ਹੋ। ਮੈਂ ਤੁਹਾਨੂੰ ਕਹਿਣ ਡਿਆ ਦੂਸਰੇ ਦੀ ਸੁਣਨਾ ਪਸੰਦ ਕਰਦੇ ਹੋ, ਉਹ ਮੇਰੀ ਨਾ ਤੁਸੀਂ ਦੂਸਰੇ ਬੰਦੇ ਦੀ ਗੱਲ ਸੁਣਨਾ ਪਸੰਦ ਕਰਦੇ ਹੋ। ਓਹੋ ਮੇਰੇ ਨਾ ਚੀਜ਼ ਦੀ ਕੀ ਔਕਾਤ ਹੈ, ਮੈਂ ਮਸੀਹ ਦਾ ਗੁਲਾਮ ਪਤਾ ਲੱਗ ਰਿਹਾ, ਇਸ ਮਸੀਹ ਦਾ ਗੁਲਾਮ ਦੇ ਜ਼ਰੀਏ ਖੁਦਾ ਨੇ ਨਿਸ਼ਾਨ ਦਿਖਾਇਆ। ਉਹ ਬਾਦਸ਼ਾਹ ਇਹ ਕਿਹੜਾ ਨਿਸ਼ਾਨ? ਇਹ ਤੁਹਾਡੇ ਵਾਸਤੇ ਕਾਫੀ ਹੈ, ਇਹ ਨਿਸ਼ਾਨ ਹੈ, ਥੋੜਾ ਨਿਸ਼ਾਨ ਹੈ। ਜਿਹੜੀ ਚੀਜ਼ ਨੂੰ ਤੁਸੀਂ ਲਫ਼ਜ਼ ਮੂੰਹ ਨਹੀਂ ਬੋਲਣਾ ਚਾਹੁੰਦੇ, ਖੁਦਾ ਤੁਹਾਡੀ ਕਲਮ ਤੋਂ ਲਿਖਵਾ ਰਿਹਾ। ਇਹ ਤਾਂ ਤੁਹਾਡੀ ਨਿਸ਼ਾਨ ਹੀ ਨਹੀਂ ਸਮਝਦੇ। ਇਹ ਤਾਂ ਤੁਹਾਡੀ ਸਟੇਟਮੈਂਟ ਹੈ, ਤੁਸੀਂ ਕਹੋ ਤੁਸੀਂ ਕਤਲ ਕੀਤਾ, ਮੈਂ ਲਿਖਦਾ ਜਾਵਾਂਗਾ। ਮੈਂ ਕਹਿੰਦਾ ਸ਼ਾਨ ਸਾਹਿਬ, ਤੁਸੀਂ ਕਹੋ ਕਿ ਤੁਸੀਂ ਕਤਲ ਕੀਤਾ, ਮੈਂ ਤੇ ਇੱਥੇ ਲਿਖਦਾ ਜਾਵਾਂਗਾ। ਖੁਦਾ ਨੇ, ਮੈਂ ਕਹਿੰਦਾ ਕਿ ਵਫਾਤ, ਖੁਦਾ ਨੇ ਨਹੀਂ ਲਿਖਵਾਇਆ, ਤੁਸੀਂ ਲਿਖਵਾਇਆ ਹੈ। ਇਹ ਅੱਲਾਹ ਤਾਲਾ ਦੀ ਤੇ ਸਟੇਟਮੈਂਟ ਨਹੀਂ ਹੈ ਨਾ, ਇਹ ਤਾਂ ਤੁਹਾਡੀ ਸਟੇਟਮੈਂਟ ਹੈ। ਬਹਰਹਾਲ ਤੁਸੀਂ ਖੁਸ਼ ਰਹੋ। ਮੈਂ ਤੇ ਬਾਕੀ ਸਾਰਿਆਂ ਕੋਲ ਪੁੱਛ ਰਿਹਾ ਸਾਂ ਕਿ ਅਗਰ ਮਿਰਜ਼ਾ ਸਾਹਿਬ ਨੇ, ਮੈਂ ਕਹਿਣ ਡਿਆ ਜਿਹੜੇ ਸਜਰੇ ਲਿਖਣੇ ਤੁਸੀਂ ਸ਼ੁਰੂ ਕੀਤੇ ਨੇ ਨਾ, ਈਮਾਨ ਲਿਆਓਗੇ ਕਿ ਨਹੀਂ? ਗੱਲ ਤੇ ਸੁਣੋ, ਸਿਰਫ ਇਹ ਗੱਲ ਹੈ ਹਾਂ ਜਾਂ ਨਹੀਂ ਹੈ। ਸਜਰੇ ਉਸੇ ਚ ਸਟੇਟਮੈਂਟ ਲਿਖਣ ਦੀ ਕੀ ਲੋੜ ਹੈ ਬਾਦਸ਼ਾਹ? ਉਹ ਭਾਈ ਸ਼ਾਨ ਸਜਰੇ ਜਿਹੜੇ ਲਿਖਣ। ਤੁਹਾਡਾ ਜਵਾਬ ਆ ਗਿਆ, ਮੈਂ ਬਾਕੀਆਂ ਕੋਲੋਂ ਪੁੱਛ ਲਵਾਂ, ਇਜਾਜ਼ਤ ਦਿਓ ਤਾਂ। ਤੁਹਾਡਾ ਪਤਾ ਲੱਗ ਗਿਆ? ਨਹੀਂ ਮੇਰਾ ਪੂਰਾ ਨਹੀਂ ਹੋਇਆ। ਥੈਂਕ ਯੂ, ਮੇਰਾ ਪੂਰਾ ਨਹੀਂ ਹੋਇਆ। ਮੈਨੂੰ ਪਤਾ ਲੱਗ ਗਿਆ, ਬਾਕੀਆਂ ਕੋਲੋਂ ਪੁੱਛ ਲਈਏ। ਅਗਰ ਮਿਰਜ਼ਾ ਸਾਹਿਬ ਕਿਸੇ ਸਟੇਟਮੈਂਟ ਹੁਣ ਅਹਿਮਦ ਜੱਟ ਕਹਿਣ ਡਿਆ, ਦੱਸਣਾ ਚਾਹੋਗੇ ਅਗਰ ਸਟੇਟਮੈਂਟ ਲਈਏ, ਠੀਕ ਹੋ ਗਿਆ। ਵੇਖੋ ਹੁਣ ਅਹਿਮਦ ਜਨਾਬ, ਮੀਆਂ ਜੀ ਕੋਲੋਂ ਮੈਂ ਪੁੱਛ ਲਿਆ ਸੀ, ਤੁਹਾਡੀ ਸਟੇਟਮੈਂਟ ਵੀ ਮਿਲ ਗਈ, ਮੈਂ ਕਿਸੇ ਹੋਰ ਕੋਲੋਂ ਵੀ ਪੁੱਛ ਲਵਾਂ? ਨਹੀਂ, ਮੇਰੀ ਸਟੇਟਮੈਂਟ ਖਤਮ ਹੀ ਹੋਈ ਨਾ। ਚਲੋ ਤੁਸੀਂ ਰਹਿਣ ਦਿਓ, ਫਿਰ ਬਾਅਦ ਵਿੱਚ ਕਰ ਲਵਾਂਗੇ। ਹੈ ਤੁਹਾਡੇ ਕੋਲੋਂ ਬਾਅਦ ਵਿੱਚ ਕਰ ਲਾਂਗੇ, ਵੈਸੇ ਵੀ ਤੁਹਾਡੀ ਫਲਾਈਟ ਦਾ ਟਾਈਮ ਹੋ ਗਿਆ। ਸਟੇਟਮੈਂਟ ਨਹੀਂ ਲੈਣੀ। ਤੇ ਹੁਣ ਅਗਲਾ ਬੰਦਾ ਵੀ ਜਿਹੜਾ ਆ ਰਿਹਾ, ਉਹਦੇ ਦਰਖਾਸਤ ਕਰਨਾ 2 ਸਫ਼ੇ ਨਹੀਂ ਤੇ 5 ਲੈਣਾ ਕਰ ਲਓ। ਨਹੀਂ ਅਹਿਮਦ ਸਾਹਿਬ, ਜਦੋਂ ਤੱਕ ਤੁਸੀਂ ਕਹਿੰਦੇ ਨਹੀਂ ਨਾ ਕਿ ਤੁਹਾਡੀ ਸਟੇਟਮੈਂਟ ਪੂਰੀ ਹੋ ਗਈ ਹੈ, ਅਗਲਾ ਨਹੀਂ ਕੋਈ ਬੰਦਾ ਲਿਖਵਾਏਗਾ। ਠੀਕ ਹੋ ਗਿਆ, ਤੁਸੀਂ ਲਿਖਵਾਓ। ਠੀਕ ਹੋ ਗਿਆ, ਮੇਰੀ ਲਿਖੋ ਜੀ, ਮੇਰੀ ਲਿਖੋ। ਤੁਹਾਡੀ ਸਟੇਟਮੈਂਟ ਮੈਨੂੰ ਪਤਾ ਲੱਗ ਗਈ ਹੈ ਨਾ ਬਾਦਸ਼ਾਹ? ਨਹੀਂ ਨਾ ਲੱਗੀ, ਲਓ ਮੈਂ ਦੱਸਣੀ ਮੇਰੀ ਸਟੇਟਮੈਂਟ ਪੂਰੀ ਹੋਈ ਕਿ ਤੁਸੀਂ ਦੱਸਣਾ? ਮੈਨੂੰ ਪਤਾ ਲੱਗ ਗਿਆ ਨਾ ਬਾਦਸ਼ਾਹ, ਤੁਸੀਂ ਅੱਧੀ ਕਿਤਾਬਾਂ ਲਿਖਾਣੀਆਂ ਨੇ। ਕੋ ਤੁਸੀਂ ਜਾਣਦੇ ਹੋ, ਸਟਾਮ ਫਰੋਸ਼ ਕੋ ਤੁਸੀਂ ਜਾਣਦੇ ਹੋ, ਉਹਨੇ ਤੁਹਾਨੂੰ ਦੱਸਣਾ ਕਿ ਤੁਸੀਂ ਕੀ ਲਿਖਣਾ ਹੈ, ਕਿ ਤੁਸੀਂ ਖੁਦ ਉਹਨੂੰ ਦੱਸਣਾ ਹੁੰਦਾ ਕਿ ਮੈਂ ਇਹ ਚੀਜ਼ ਲਿਖਣੀ ਹੈ। ਮੈਂ ਤੇ ਤੁਸੀਂ ਇੱਥੇ ਸਟਾਮ ਫਰੋਸ਼ ਬਣ ਕੇ ਆਏ ਹੋ, ਹੁਣ ਪੂਰੀ ਗੱਲ ਲਿਖੋ। ਮੇਰੀ ਗੱਲ ਸੁਣੋ, ਵੇਖੋ ਇੱਕ ਗੱਲ ਮੈਂ ਤੁਹਾਨੂੰ ਤਵੱਜੋ ਨਾਲ ਇੱਕ ਗੱਲ ਦੱਸਾਂ। ਤੁਹਾਡੇ ਕੋਲੋਂ ਮੈਂ ਸਿਰਫ ਹਾਂ ਜਾਂ ਨਹੀਂ ਦਾ ਇੱਕ ਸਵਾਲ ਪੁੱਛਿਆ, ਤੁਸੀਂ ਉਸ ਤੇ ਮਜ਼ਮੂਨ ਲਿਖਾ ਰਹੇ ਹੋ, ਠੀਕ ਹੈ? ਮੈਂ ਤੁਹਾਡੇ ਖੁਸ਼ ਇਖਲਾਕੀ ਚ ਉਹ ਵੀ ਲਿਖ ਦਿੱਤਾ। ਇੱਕ ਸੈਕਿੰਡ ਗੱਲ ਤੇ ਸੁਣ ਲਿਆ ਕਰੋ ਦੂਜੇ ਬੰਦੇ ਦੀ। ਚਲੋ ਮੈਂ ਉਹ ਦੂਜੇ ਬੰਦੇ ਦੀ ਗੱਲ ਤੇ ਸੁਣ ਲਿਆ ਕਰੋ। ਮਿਊਟ ਲਾ, ਗੁਜ਼ਾਰਿਸ਼ ਹੈ ਵੇ ਕਿ ਤੁਹਾਡੇ ਕੋਲੋਂ ਮੈਂ ਹਾਂ ਜਾਂ ਨਹੀਂ ਦਾ ਸਿਰਫ ਪੁੱਛਿਆ। ਮਿਰਜ਼ਾ ਮਸਰੂਰ ਸਾਹਿਬ ਨਬੂਵਤ ਦਾ ਦਾਵਾ ਕਰਦੇ ਨੇ, ਤੁਸੀਂ ਈਮਾਨ ਲਿਆਓਗੇ ਕਿ ਨਹੀਂ? ਸਿੰਪਲ ਜਿਹੀ ਗੱਲ ਹੈ। ਤੁਸੀਂ ਉਸ ਤੇ ਆਪਣੀ ਸਟੇਟਮੈਂਟਾਂ ਲਿਖਾਣਾ ਚਾਹੁੰਦੇ ਹੋ, ਤੁਹਾਡੀ ਖੁਸ਼ੀ ਉਹ ਵੀ ਲਿਖ ਦਿੱਤੀ ਹੈ। ਠੀਕ ਹੋ ਗਿਆ, ਠੀਕ ਹੋ ਗਿਆ, ਤੁਹਾਡਾ ਪਤਾ ਲੱਗ ਗਿਆ ਨਾ। ਤੁਹਾਡਾ ਜਵਾਬ ਆ ਗਿਆ ਸਰ, ਮੈਂ ਬਾਕੀਆਂ ਕੋਲੋਂ ਪੁੱਛ ਲਵਾਂ? ਚਲੋ ਠੀਕ ਹੈ, ਤੁਹਾਡਾ ਪਤਾ ਲੱਗ ਗਿਆ ਨਾ, ਤੁਹਾਡੀ ਸਟੇਟਮੈਂਟ ਰਹਿੰਦੀ ਹੈ, ਤੁਸੀਂ ਫਲਾਈਟ ਕਰਕੇ ਆ ਜਾਓ। ਤੁਸੀਂ ਫਲਾਈਟ ਕਰਕੇ ਆ ਜਾਓ, ਫਿਰ ਪੁੱਛ ਲਵਾਂਗੇ। ਦਿਲ ਤੇ ਲੈ ਗਏ ਹੋ? ਨਹੀਂ ਯਕੀਨ ਕਰੋ, ਮੈਂ ਅੱਜ ਜਿਸ ਤਰ੍ਹਾਂ ਦਾ ਮੇਰਾ ਮੂਡ ਸੀ ਨਾ, ਮੈਂ ਓਨੈਸਟਲੀ ਦੱਸਾਂ ਅਹਿਮਦ ਜੱਟ ਸਾਹਿਬ, ਮੇਰਾ ਕੋਈ ਮੂਡ ਨਹੀਂ ਸੀ ਮਨਾਜ਼ਰੇ ਵਗੈਰਾ ਕਰਨ ਦਾ। ਮੇਰੀ ਗੱਲ ਤੇ ਸੁਣ ਲਓ, ਮੇਰਾ ਅੱਜ ਕੋਈ ਮੂਡ ਨਹੀਂ ਸੀ। ਮੈਂ ਤੇ ਤੁਹਾਨੂੰ ਦਾਵਤ ਦੇਣਾ ਚਾਹੁੰਦਾ ਸੀ ਕਿ ਅਗਰ ਤੁਸੀਂ ਕਦੀ ਆਪਣੀ ਜ਼ਿੰਦਗੀ 'ਚ 1% ਵੀ ਤੁਹਾਨੂੰ ਖਿਆਲ ਆਇਆ ਕਿ ਤੁਹਾਡੇ ਵਡਕੇ ਜਿਹੜੇ ਸਨ ਉਹ ਮੁਸਲਮਾਨ ਸਨ, ਤੁਸੀਂ ਵਾਪਸ ਆਉਣ ਦਾ ਸੋਚਿਆ ਇਸ ਬਾਰੇ 'ਚ? ਮੈਂ ਤਾਂ ਇਹ ਸੋਚ ਨਹੀਂ, ਮੇਰੇ ਮਨਾਜ਼ਰੇ ਦਾ ਕੋਈ ਮੂਡ ਹੀ ਨਹੀਂ ਸੀ। ਸਰਦਾਰ ਸਨ, ਸਿੱਖ ਸਨ, ਮੇਰੇ ਵੱਡੇ ਸਿੱਖ ਸਨ। ਚਲੋ ਕਦੀ ਤੁਸੀਂ ਸੋਚਿਆ ਸਿੱਖ ਬਣਨ ਦਾ ਦੁਬਾਰਾ? ਹਾਂਜੀ, ਤੁਸੀਂ ਦੁਬਾਰਾ ਕਦੀ ਸਿੱਖ ਬਣਨ ਦਾ ਸੋਚਿਆ? ਮੈਂ ਨਾ ਉਹ ਗੱਲ ਤੁਸੀਂ ਜਿਹੜੀ ਕਰ ਰਹੇ ਹੋ ਨਾ, ਸਿੱਖ ਅੱਜ ਕੋਈ ਇਹੋ ਜਿਹਾ ਕੋਈ ਕੰਮ ਕਰ ਦੇਣ ਜਿਹੋ ਜਿਹਾ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਅਲੈਹਿਸਸਲਾਮ ਨੇ ਕੀਤਾ, ਤੇ ਮੈਂ ਸਿੱਖਾਂ ਨੂੰ ਮੰਨ ਲਾਂਗਾ ਦੁਬਾਰਾ। ਇਹ 'ਚ ਕਿਹੜੀ ਗੱਲ ਹੈ? ਤੁਸੀਂ ਵੇਖਿਆ ਗੋਲਡਨ ਟੈਂਪਲ ਉੱਤੇ ਕਿੰਨਾ ਰੂਹਾਨੀ ਸਕੂਨ ਹੈ। ਕੀ ਇਹ ਕਾਦੀਆਨ 'ਚ ਰੂਹਾਨੀ ਸਕੂਨ ਹੈ? ਕਿਹੜੇ ਗੋਲਡਨ 'ਚ? ਗੋਲਡਨ ਕੀ ਬਾਦਸ਼ਾਹ, ਗੋਲਡਨ ਚੂੜੀਆਂ ਨਹੀਂ ਹੋ ਰਹੀਆਂ। ਤਾਹਿਰ ਸਾਹਿਬ ਯਾਰ, ਕੋਈ ਬੰਦਿਆਂ ਨੂੰ ਪੜਾਇਆ ਲਿਖਾਇਆ ਵੀ ਕਰੋ। ਗੋਲਡਨ ਟੈਂਪਲ ਦੀ ਗੱਲ ਹੋ ਰਹੀ ਹੈ। ਮੈਂ ਤੁਹਾਨੂੰ ਉਹੀ ਪੁੱਛਣ ਡਿਆ, ਗੋਲਡਨ ਟੈਂਪਲ ਕਿੱਥੇ ਵੇ? ਦੱਸੋ ਨਾ, ਪੂਰੀ ਗੱਲ ਦੱਸੋ। ਇਹ ਲਓ ਚੂੜੀਆਂ ਨਹੀਂ, ਚੂੜੀਆਂ ਮੈਂ ਹਾਂਜੀ ਗੋਲਡਨ ਟੈਂਪਲ ਬਾਦਸ਼ਾਹ ਹੈ। ਜਿਹੜੀ ਫਲਾਈਟ ਆਈ ਹੋਈ ਸੀ ਨਾ, ਅਨਾਉਂਸਮੈਂਟ ਹੋ ਰਹੀ ਸੀ, ਉਹ ਫਿਰ ਮਿਸ ਨਾ ਕਰਨਾ। ਨਹੀਂ ਮੇਰੀ ਮਿਸ ਵੀ ਹੋ ਗਈ, ਤੁਹਾਨੂੰ ਮੈਂ ਦੱਸਿਆ ਕੋਈ ਮਸਲਾ ਹੀ ਨਹੀਂ ਹੈ, ਮੈਂ ਅਗਲੀ ਲੈ ਲਾਂਗਾ। ਤੁਸੀਂ ਮੇਰੀ ਸਟੇਟਮੈਂਟ ਲਿਖੋ। ਅਹਿਮਦ ਜੱਟ ਸਾਹਿਬ, ਉਹ ਪਤਾ ਲੱਗ ਗਈ ਐਵੇਂ ਗੱਲਾਂ ਦਾ ਖਾਪਾ ਹੀ ਹੈ ਤੁਹਾਡੇ ਕੋਲ ਬੱਲੇ। ਅਗਰ ਕੋਈ ਹੋਰ ਮੈਂ ਜਾਂਦਾ ਤਾਂ ਅਗਲਾ ਭਰਾ ਦੱਸ ਦਿੰਦਾ ਕਿ ਉਹਨਾਂ ਨੂੰ ਕਦੀ ਖਿਆਲ ਆਇਆ ਹੋਵੇ। ਤਾਹਿਰ ਅਮਜਦ, ਇੱਕ ਮਿੰਟ, ਹੁਣ ਸ਼ਾਨ ਭਾਈ ਤੁਹਾਡੀ ਸੁਣਨੇ ਆ, ਇੱਕ ਮਿੰਟ ਖਲੋ ਜਾਓ। ਅਮਜਦ ਭਾਈ, ਤਾਰ ਭਾਈ, ਇੱਕ ਮਿੰਟ ਮਿਊਟ ਖੋਲਿਓ। ਤਾਰ ਭਾਈ, ਆਵਾਜ਼ ਆ ਰਹੀ ਤਾਰ ਭਾਈ ਨੂੰ? ਹਾਂਜੀ ਆ ਰਹੀ ਆਵਾਜ਼। ਦੇਖਿਆ ਜੇ
ਜਿਹੜੇ ਲੋਕ ਮੂੰਹ ਨਹੀਂ ਬੋਲਦੇ ਖੁਦਾ ਉਹਨਾਂ ਦੀ ਕਲਮ ਚਲਾ ਦਿੰਦਾ। ਲਿਖੋ ਇੱਥੇ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ अलैहिस्सलातो वस्सलाम। सुभान अल्लाह, वाह खुदा तेरी शान। ਤੁਸੀਂ ਉਹ ਲਤੀਫਾ ਯਾਦ ਕਰਾ ਸਟਿਆ ਕਿ ਉਹ ਦਾਤਾ ਦਰਬਾਰ ਤੇ ਇੱਕ ਬੰਦਾ ਆਇਆ, ਉਸ ਆ ਕੇ ਮੰਨਤ ਮੰਗੀ, ਦਾਤਾ 100 ਰੁਪਈਆ ਦੇ, ਦਾਤਾ 100 ਰੁਪਈਆ ਦੇ। ਨਾਲ ਵਾਬੀ ਖੜਾ ਆਲਮ ਸਾਹਿਬ, ਉਸ ਆਖਿਆ और ਕਿਸੇ ਹੋਰ ਕੋਲ ਮੰਗਣਾ ਸ਼ਿਰਕ ਹੈ, ਤੂੰ ਕੀ ਪਿਆ ਕਰਦਾ ਬਾਜ਼ ਆ। ਉਸ ਆਖਿਆ ਦਾਤਾ 100 ਰੁਪਈਆ ਲੈ ਕੇ ਜਾਣਾ ਤੇਰੇ ਕੋਲੋਂ। ਉਹ ਬੜਾ ਸਮਝਾਇਆ, ਉਸ ਆਖਰ ਜੇਬ ਚ ਕੱਢਿਆ 100 ਰੁਪਈਆ ਤੇ ਉਸ ਨੇ ਦੇ ਕੇ ਆਖਿਆ ਇਹ ਤੂੰ 100 ਰੁਪਈਆ ਲੈ ਲੈ ਤੇ ਕਬਰਾਂ ਕੋਲੋਂ ਨਾ ਮੰਗਿਆ ਕਰ, ਇਹ ਸ਼ਿਰਕ ਹੁੰਦਾ। ਉਸ ਆਖਿਆ ਵਾਹ ਦਾਤਾ ਵਾਹ, ਦਿੱਤਾ ਵੀ 100 ਰੁਪਈਆ ਤੇ ਉਹ ਵੀ ਵਾਬੀ ਕੋਲੋਂ। ਨਹੀਂ ਕਹਿ ਵੀ ਰਹੀ ਹੂੰ ਕਿ ਆਏ 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 स्वामी जी। ਸ਼ਾਨ ਸਾਹਿਬ ਹੋਰ ਕਿਸੇ ਦਾ ਇੰਟਰਵਿਊ ਕਰਨਾ ਜੇ ਸਰਵੇ ਮੁਕੰਮਲ ਕਰਨ ਵਾਸਤੇ? ਅੱਛਾ, ਆਪਣੀ ਬਰਾਡਾਂ ਤੇ ਬਹਿ ਕੇ ਉੱਚਾ ਉੱਚਾ ਬੋਲ ਕੇ ਮੇਰਾ ਖਿਆਲ ਹੈ ਹਰ ਬੰਦਾ ਕਰ ਸਕਦਾ ਹੈ, ਯਕੀਨ ਕਰੋ। ਅਹਿਮਦ ਭਾਈ ਇਹਨੂੰ ਆਖਿਆ ਸੀ, ਇਹਨੂੰ ਆਖਿਆ ਸੀ ਪਤਾ ਸ਼ੋ ਕਰਾ। ਮੈਂ ਪਤਾ ਸ਼ੋ ਕਰਾ ਦੇਣਾ। ਅੱਛਾ ਆ ਜਾਓ, ਫਿਰ ਪਤਾ ਸ਼ੋ ਕਰਾਣਾ। ਪਤਾ ਸ਼ੋ ਕਰਵਾ, ਪਤਾ ਸ਼ੋ ਕਰਾ। ਅਹਿਮਦ ਸਾਹਿਬ ਟਾਈਮ ਹੈ ਜੇ ਹੁਣ ਤੁਹਾਡੇ ਪੱਤੇ ਮੈਂ ਸ਼ੋ ਕਰਾਣਾ ਹੈ ਜੀ 20 ਮਿੰਟ। ਸ਼ਾਨ ਸਾਹਿਬ ਨਹੀਂ ਮੈਂ ਤੁਹਾਡੇ ਪੱਤੇ ਹੁਣ ਸ਼ੋਅ ਕਰਾਉਣ ਲੱਗਾ। ਮੈਂ ਤੇ ਬੜੇ ਪਿਆਰ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ, ਤੁਹਾਨੂੰ ਇੱਜ਼ਤ ਨਹੀਂ ਰਾਸ ਆਈ। ਕਰ ਲਓ ਜੀ ਮੁਨਾਜ਼ਰਾ, ਫਿਰ ਆ ਜਾਓ। ਗੱਲ ਸੁਣੋ, ਕਿਸ ਤੇ ਗੱਲ ਕਰਨੀ ਹੈ ਅਹਿਮਦ ਜੱਟ ਸਾਹਿਬ? ਹੈ ਜੇ ਟਾਈਮ? ਸ਼ਾਨ ਸਾਹਿਬ ਗੱਲ ਸੁਣੋ। ਨਹੀਂ ਇੱਕ ਸੈਕਿੰਡ, ਹੁਣ ਤਾਹਿਰ ਸਾਹਿਬ ਉਹਨਾਂ ਨੂੰ ਗੱਲ ਕਰਨ ਦਿਓ ਨਾ ਜਿਨ੍ਹਾਂ ਨੂੰ ਬੜਾ ਸ਼ੌਕ ਸੀ। ਮੈਂ ਤੇ ਬੜੇ ਪਿਆਰ ਮੁਹੱਬਤ ਨਾਲ ਦਾਅਵਤ ਦੇ ਰਿਹਾ ਸਾਂ ਇਸਲਾਮ ਦੀ। ਮੈਂ ਇਹ ਬਰਾੜ ਨੂੰ ਖਰਾਬ ਨਹੀਂ ਕਰਨਾ। ਮੇਰੀ ਨਹੀਂ ਬਰਾੜ ਹੁਣ ਖਰਾਬ ਹੋਏਗੀ, ਸਰ ਥੋੜੇ ਜਿਹਾ ਤਵੱਜੋ ਦਿਓ ਨਾ। ਤੁਸੀਂ ਮੈਨੂੰ ਦੱਸੋ, ਤੁਹਾਨੂੰ ਬਹੁਤ ਸ਼ੌਕ ਹੈ ਮੁਨਾਜ਼ਰਾ ਕਰਨ ਦਾ, ਕਿਸ ਗੱਲ ਤੇ ਗੱਲ ਕਰਨੀ ਹੈ? ਆ ਜਾਓ। ਦੇਖੋ ਸ਼ਾਨ ਸਾਹਿਬ, ਤੁਹਾਡਾ ਅਹਿਮਦ ਜੱਟ ਸਾਹਿਬ ਬਹੁਤ ਸ਼ੌਕ ਹੈ ਨਾ, ਆ ਜਾਓ ਤੁਹਾਨੂੰ ਮੈਂ ਕਰਨਾ ਫਿਰ ਸਿੱਧਾ। ਨਹੀਂ ਸ਼ਾਨ ਸਾਹਿਬ, ਮੈਂ ਤੇ ਅੱਗੇ ਪੇ ਆਖਦਾ ਸੀ ਕਿ ਸ਼ਾਨ ਸਾਹਿਬ ਕੱਲੇ ਨੇ ਸਾਰੇ ਸਿੱਧੇ ਬੋਲਣ ਲੱਗ ਗਏ ਨੇ ਨਾ ਹੁਣ ਸਾਰੇ ਨਾ। ਐ ਮੈਂ ਪਹਿਲੇ ਕਿੰਨੇ ਪਿਆਰ ਨਾਲ ਤੁਹਾਨੂੰ ਦਾਵਤ ਦੇ ਰਿਹਾ ਸਾਂ ਇਸਲਾਮ ਦੀ। ਦੇ ਰਿਹਾ ਸਾਂ, ਕਦੀ ਤੁਹਾਨੂੰ ਖਿਆਲ ਆਇਆ ਵਾਪਸ ਆਉਣ ਦਾ? ਮੈਨੂੰ ਤਾਂ ਯਕੀਨ ਕਰੋ ਆਪਣੇ ਵੜਕਿਆਂ ਦਾ ਖਿਆਲ ਆਉਂਦਾ ਇਕੱਠੇ। ਕਦੀ ਅਸੀਂ ਵੀ ਪੰਜਾਬ ਵਿੱਚ ਆਉਂਦੇ ਸਾਂ। ਮੈਂ ਦੱਸਣਾ ਸਰ, ਜਿਸ ਤਰ੍ਹਾਂ ਤੁਹਾਡੇ ਕੋਲੋਂ ਮੈਂ ਸਿੱਧਾ ਜਿਹਾ ਸਵਾਲ ਪੁੱਛਿਆ ਕਿ ਹਾਂ ਜਾਂ ਨਹੀਂ, ਇਹ ਜਵਾਬ ਦਿਓ। ਤੁਸੀਂ ਕਿਤਨੀ ਮੁਲਾਇਮ ਤਰੀਕੇ ਨਾਲ ਦੱਸਿਆ ਕਿ ਹਾਂ ਬੈਤ ਕਰ ਲਵਾਂਗੇ। ਅਹਿਮਦ ਭੱਟ ਸਾਹਿਬ ਦੀ ਬਾਰੀ, ਜੱਟ ਸਾਹਿਬ ਦੀ ਬਾਰੀ ਆਈ, ਉਹਨਾਂ ਲੰਬੀ ਸਟੇਟਮੈਂਟ ਲਿਖਾਉਣ ਦੀ ਕੀਤੀ, ਮੈਂ ਉਹ ਵੀ ਲਿਖ ਦਿੱਤੀ। ਮੈਂ ਕਹਿ ਰਿਹਾ ਹੁਣ ਬਾਕੀ ਭਰਾਵਾਂ ਕੋਲੋਂ ਵੀ ਪੁੱਛ ਲਵਾਂ ਤਾਂ ਕਿ ਪਤਾ ਲੱਗੇ। ਇੱਕ ਉਹ ਹੋਰ ਵੀ ਲਿਖਾਣਾ ਚਾਹ ਰਹੇ ਨੇ, ਲੇਕਿਨ ਮੇਰੀ ਬਸ ਹੋ ਗਈ ਹੈ ਕਿ ਇਤਨਾ ਮੇਰੇ ਕੋਲ ਲਿਖਣ ਨਹੀਂ ਰਹੇ। ਲਿਖਵਾਓ ਯਾਰ, ਕੀ ਕਰਦੇ ਹੋ? ਨਹੀਂ ਜੱਟ ਸਾਹਿਬ, ਤੁਹਾਡੇ ਕੋਲ ਅਗਰ ਟਾਈਮ ਹੈ ਤੇ ਫਿਰ ਮੇਰਾ ਖਿਆਲ ਹੈ ਬਾਕੀ ਕੋਈ ਹੋਰ ਵੀ ਗੱਲ ਕਰ ਲੈਣੇ। ਤੁਹਾਨੂੰ ਸ਼ੌਕ ਹੋ ਰਿਹਾ ਮਨਾਜ਼ਰੇ ਵਗੈਰਾ ਕਰਨ ਦਾ, ਤੇ ਅਗਰ ਬਹਿਸ ਕਰਨੀ ਹੈ ਯਕੀਨ ਕਰੋ ਜੱਟ ਸਾਹਿਬ, ਮੈਂ ਤੇ ਬਹਿਸ ਬੜੀ ਪਸੰਦ ਕਰਨਾ, ਕਰ ਲੈਣੇ ਆ। ਸ਼ਾਨ ਭਾਈ, ਤੁਸੀਂ ਮੈਨੂੰ ਅੱਗੇ ਵੀ ਬੜੀ ਦਫਾ ਸੁਣਿਆ ਹੋਏਗਾ। ਮੈਂ ਤੁਹਾਨੂੰ ਨਹੀਂ ਸੁਣਿਆ ਯਾਰ, ਅੱਜ ਮੈਂ ਸੁਣਨਾ ਚਾਹਨਾ। ਨਹੀਂ ਅੱਜ ਮੈਂ ਸੁਣਨਾ ਚਾਹਨਾ ਕਿ ਮੈਂ ਕਿਸੇ ਦੇ ਨਾਲ ਬਹਿਸ ਮੁਆਸਾ ਕਰਦਾ ਹੀ ਨਹੀਂ ਆ। ਕਿਤੇ ਕੋਈ ਐਸਾ ਕੰਮ ਹੋਏ ਮੈਂ ਹੁਣ ਤਸੱਲੀ ਹੋ ਗਈ ਨਾ, ਹੁਣ ਤਸੱਲੀ ਹੋ ਜਾਏਗੀ। ਮੈਂ ਤੇ ਤੁਹਾਨੂੰ ਬੜੇ ਪਿਆਰ ਨਾਲ ਇੱਜ਼ਤ ਦੇ ਰਿਹਾ ਸਾਂ। ਮੇਰਾ ਖਿਆਲ ਹੈ ਤੁਹਾਡਾ ਦਿਲ ਕਰ ਰਿਹਾ ਸੀ ਕੋਈ ਜਿਹੜਾ ਨਾ, ਮੈਂ ਕਹਿੰਦਾ ਮੇਰੀ ਬਰਾੜ ਤੇ ਆ ਜਾਓ, ਮੈਂ ਤੁਹਾਡੀ ਬੋਲ ਰਿਹਾ ਸੋ, ਤੁਸੀਂ ਗੱਲਾਂ ਕਰ ਰਹੇ ਸੋ, ਮੈਂ ਕਹਿੰਦਾ ਟਾਈਮ ਰੱਖ ਕੇ ਗੱਲ ਕਰ ਲੈਨੇ, ਮੌਜੂ ਤੈਅ ਕਰ ਲਓ। ਸ਼ਾਨ ਭਾਈ ਆ ਜਾਓ ਨਾ, ਜਾਂ ਤੁਹਾਡੀ ਬਰਾੜ ਤੇ ਮੈਂ ਆ ਜਾਣਾ। ਮੈਂ ਮੀਆਂ ਸਾਹਿਬ ਦੀ ਬਰਾੜ ਨਹੀਂ ਖਰਾਬ ਕਰਨੀ। ਤੁਸੀਂ ਉਹੀ ਬਰਾੜ ਖੋਲੋ, ਮੈਂ ਉੱਤੇ ਆ ਜਾਣਾ। ਤੁਸੀਂ ਮੈਂ ਖੋਲਣਾ, ਤੁਸੀਂ ਮੇਰੇ ਤੇ ਆ ਜਾਓ। ਨਹੀਂ ਤੁਸੀਂ ਖੋਲੋ, ਮੈਂ ਉੱਥੇ ਕਿੰਨਾ ਕੋ ਪਾਣੀ ਹੈ ਬਿਲਕੁਲ ਜਜ਼ਾਕ ਅੱਲਾ। ਤੁਸੀਂ ਹੁਣੇ ਖੋਲੋ, ਮੈਂ ਹਾਜ਼ਰ ਹੋਣਾ। ਤੁਸੀਂ ਖੋਲੋ ਪਲੀਜ਼। ਨਹੀਂ ਪਲੀਜ਼ ਮੈਂ ਜ਼ਰਾ ਜੱਟ ਸਾਹਿਬ ਦਾ ਨਾ ਤਬੀਅਤ ਸੈੱਟ ਕਰਨਾ ਚਾਹਨਾ, ਬਹੁਤ ਹੋ ਗਿਆ। ਨਹੀਂ ਪਲੀਜ਼ ਸਾਹਿਬ ਕਹਿਣ ਜੀ ਮੈਂ ਅਵੇਲੇਬਲ ਹਾਂ, ਜਦਾਂ ਜੱਟ ਸਾਹਿਬ ਕਹਿਣ ਮੈਂ ਹਾਜ਼ਰ ਹਾਂ। ਬਿਲਕੁਲ ਜੱਟ ਸਾਹਿਬ, ਤੁਹਾਡੇ ਕੋਲ 20 ਮਿੰਟ ਅੱਧਾ ਘੰਟਾ ਹੈ ਤੇ ਗੱਲ ਕਰ ਲੈਣਾ, ਇੱਕ 2 ਮਿੰਟ ਵਾਸਤੇ। ਸ਼ਾਨ
ਹੁਣ ਮੈਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਡਿਬੇਟ ਕਰਨੀ ਹੈ, ਤੁਹਾਨੂੰ ਮੈਂ ਕਿਹਾ ਸੀ। ਹੁਣ ਤਸੱਲੀ ਹੋ ਗਈ ਜੱਟ ਸਾਹਿਬ, ਬਸ ਇਹਨੇ ਇਹੀ ਸੀ। ਉਹ ਮੈਂ ਦੁਨੀਆ ਨੂੰ ਵਿਖਾਣਾ ਸੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਉਹ ਲੈਸਲਾਤ ਕੀ ਵਿਖਾਣਾ ਸੀ ਬਾਦਸ਼ਾਹ? ਵੇਖੋ ਵੇਖੋ ਜੱਟ ਸਾਹਿਬ, ਇੱਥੇ ਰੁਕੋ। ਦੁਸ਼ਮਣਾਂ ਦੇ ਹੱਥਾਂ ਜਿਹੜੇ ਮੂੰਹ ਕੋਈ ਦੁਸ਼ਮਣਾਂ ਦੇ ਹੱਥਾਂ, ਮੈਂ ਕੋਈ ਦੁਸ਼ਮਣ ਨਹੀਂ ਬਣ ਕੇ ਆਇਆ। ਚਲਾ ਦਿੰਦਾ ਹੈ ਉਹ ਖੁਦਾ, ਕੋਈ ਮੈਂ ਦੁਸ਼ਮਣ ਬਣ ਕੇ ਨਹੀਂ ਆਇਆ। ਵੇਖੋ ਥੋੜੀ ਦੇਰ ਵਾਸਤੇ ਸੋਚੋ। ਚੱਲੀ ਕਲਮ ਚੱਲਦੀ ਦੁਨੀਆ ਵੇਖੀ, ਮਿਰਜ਼ਾ ਸਾਹਿਬ ਦੀ ਸਦਾਕਤ ਵੇਖੀ, ਦੁਨੀਆ ਕਲਮ ਚੱਲਦੀ ਵੇਖੀ। ਸ਼ਾਨ ਸਾਹਿਬ जाट साहब रुक जाओ प्लीज। अस्सलाम वालेकुम वरहमतुल्लाह। ਮੀਆਂ ਸਾਹਿਬ ਸਿਰਫ ਮੈਨੂੰ 30 ਸੈਕਿੰਡ ਚਾਹੀਦੇ ਆ। ਇੱਕ ਤੇ ਮੈਂ ਜਜ਼ਾਕ ਅੱਲਾ ਕਹਿਣਾ ਚਾਹੁੰਦਾ ਜੱਟ ਸਾਹਿਬ ਨੂੰ ਕਿ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਯਕੀਨ ਕਰੋ ਇੰਨਾ ਈਮਾਨ ਮਜ਼ਬੂਤ ਹੋਇਆ ਹੈ। ਜਿਹੜਾ ਸ਼ਖਸ ਸੁਣਨਾ ਨਹੀਂ ਚਾਹੁੰਦਾ, ਅਸੀਂ ਉਹ ਕਹਿੰਦਾ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ, ਉਹਨਾਂ ਦੇ ਹੱਥ ਤੋਂ ਅੱਜ ਇਹਨਾਂ ਨੇ ਲਿਖਵਾ ਦਿੱਤਾ ਹੈ ਹਜ਼ਰਤ ਮਸੀਹ ਮੌਦ ਇਸਲਾਮ ਦੀ ਸਦਾਕਤ ਇਹਨਾਂ ਦੇ ਹੱਥ ਤੋਂ। ਔਰ ਦੂਸਰਾ ਮੈਂ ਸਿਰਫ ਤਾਇਰ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ ज़रा बड़ा काफ़ी दिनों तो हो गया ना, तो और मैं नारा नहीं सुनिया, और वो लगा दें ज़रा, जज़ाकल्ला। एक सेकंड जरा सर जी, मैनू भी जरा स्क्रीन ਵੱਡੀ ਕਰਨਾ ਆਉਂਦੀ ਹੈ ਜੀ। ਮੈਂ ਵੀ ਇੱਕ ਗੱਲ ਦੱਸਦਾ ਵਾਂ। ਕੋਈ ਨਹੀਂ ਰੋਲਾ। ਹਾਂਜੀ ਹਾਂਜੀ ਜੀ ਜੀ, ਬਿਸਮਿਲ੍ਲਾ ਬਿਸਮਿਲ੍ਲਾ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਅੱਲਾਹ ਤਾਲਾ ਨੇ ਦੋਜ਼ਖ ਦੇ, ਅੱਜ ਮੇਰੀ ਨੀਅਤ ਕੀ ਸੀ ਮੈਂ ਤੁਹਾਨੂੰ ਦੱਸ ਦਿਆਂ ਤਾਂ ਕਿ ਮਸੀਹ ਮੁਹੰਮਦੀ ਦੇ ਜਿਹੜੇ ਮੁਖਾਲਫ ਨੇ ਉਹਨਾਂ ਦੇ ਹੱਥੋਂ ਖੁਦਾ ਨੇ ਕਲਮ ਚਲਾਣੀ ਸੀ ਔਰ ਖੁਦਾ ਨੇ ਚਲਾਈ। ਅਲਹਮਦੁਲਿਲਾ ਸੁਮਾ ਅਲਹਮਦੁਲਿਲਾ। ਖੁਦਾ ਦੀ ਰਾਹ ਦੇ ਵਿੱਚ ਆਪਣਾ ਸਫ਼ਰ ਕੰਪਲੀਟ ਕਰਨ ਤੋਂ ਬਾਅਦ ਖੁਦਾ ਦੀ ਰਾਹ ਦੇ ਵਿੱਚ ਜਿਹੜਾ ਵੇ, ਠੀਕ ਹੈ, 50 ਯੂਰੋ ਜਿਹੜੇ ਖੁਦਾ ਦੀ ਰਾਹ ਦੇ ਵਿੱਚ ਦਾਂਗਾ ਕਿ ਖੁਦਾ ਨੇ ਮੁਖਾਲਫਾਂ ਦੇ ਹੱਥੋਂ ਕਲਮ ਚਲਾਈ। ਸੁਬਹਾਨ ਅੱਲਾ। ਮੀਆਂ ਸਾਹਿਬ ਅੱਗੇ ਗੱਲ ਕਰੋ, ਹੁਣ ਮੈਂ ਮਿਊਟ ਕਰਾਂਗਾ, ਬਿਲਕੁਲ ਮਿਊਟ ਕਰਾਂਗਾ। ਜੋ 7ਵਾਂ ਲੈਵਲ ਤਿਆਰ ਹੈ, ਅਗਰ ਉਸ ਤੋਂ ਬਚਣਾ ਹੈ ਤੇ ਜन्नत ਤਿਆਰ ਹੈ। ਜੀ ਮੈਂ ਦੱਸਣਾ ਜਨਾਬ, ਮੈਂ ਪੂਰਾ ਰੈਫਰੈਂਸ ਹੁਣ ਦੇਣਾ ਤੁਹਾਨੂੰ। ਹਜ਼ਰਤ ਜਿਬਰਾਈਲ अलैहिस्सलाम ਹਜ਼ੂਰ सल्लल्लाहु अलैहि वसल्लम ਦੇ ਕੋਲ ਤਸ਼ਰੀਫ ਲੈ ਸਨ ਤੇ ਉਹਨਾਂ ਨੇ ਇਹ 7 ਦਰਜੇ ਦੱਸੇ ਸਨ। ਇਹ ਹਦੀਸ ਸ਼ਰੀਫ ਹੈ ਜਨਾਬ। ਜਿਹੜੇ ਦੋਜ਼ਖ ਦੇ 7 ਦਰਜਿਆਂ ਦੇ ਨਾਮ, ਇੱਕ ਸੈਕਿੰਡ ਮੈਂ ਦੱਸ ਦੇਣਾ ਨਾ, ਮੈਂ ਤੁਹਾਨੂੰ ਦੱਸ ਦੇਣਾ। ਜਿਹੜੇ ਦੋਜ਼ਖ ਦੇ ਹਾਵੀਆ ਤੇ ਇਹ ਸਾਰੇ ਕੁਰਾਨ ਪਾਕ ਦੀ ਮੁਖਤਲਿਫ ਆਯਾਤ, 7 ਮੇਰੇ ਕੋਲ ਆਯਾਤ ਨੇ, ਮੈਂ ਤੁਹਾਨੂੰ 7 ਤੋਂ 7 ਦਰਜੇ ਦੋਜ਼ਖ ਦੇ ਦਰਜਿਆਂ ਦੇ ਨਾਂ ਦੱਸ ਸਕਣਾ ਰੈਫਰੈਂਸ ਦੇ ਨਾਲ, ਅਗਰ ਇਜਾਜ਼ਤ ਦਿਓ ਤਾਂ। ਕੁਰਾਨ ਪਾਕ ਵਿੱਚ ਇਹ ਦੱਸਿਆ ਗਿਆ ਕਿ ਹਾਵੀਆ ਸਭ ਤੋਂ ਲੋਐਸਟ ਦਰਜਾ ਹੈ ਤੇ ਉਸ ਤੇ ਜ਼ੰਦੀਕੀ ਮੁਰਦਦ ਕੀ ਹੁੰਦਾ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਕੁਰਾਨ ਪਾਕ ਦੀ ਆਯਾਤ ਦੀ ਤਾਵੀਲਾਂ ਕਰਦਾ ਹੈ। ਬਿਲकुल ਜ਼ੰਦੀਕੀ ਮੁਰਦਦ ਹਾਵੀਆ ਜਾਣਗੇ। ਨਹੀਂ ਇਹ ਲਿਖਿਆ ਹੋਇਆ ਕਿ ਜ਼ੰਦੀਕੀ ਮੁਰਦਦ ਹਾਵੀਆ ਜਾਣਗੇ। ਤੇ ਜ਼ੰਦੀਕੀ ਮੁਰਦਦ ਕੀ ਹੁੰਦਾ ਹੈ? जिन्होंने ने तावील की है कुरान पाक की आयात दी। मिर्जा साहब ने आप फरमाया मुद्दई नबूवत मुसलमा कज़ाब का भाई है। मियां जी तुसी वेखो तुहाडी बुराई तो दसिया जांदा है कि मुसलमा कज़ाब ने ज़कात दा मुनकर सी, हालांकि तुहाडी अपनी जिहड़ी है ना वैबसाइट alislam.org ते लिखिया होया कि उसने नबूवत दा दावा कीता सी। तुहाडी वैबसाइट ते लिखिया होया है। ਦੀ ਵਜ੍ਹਾ ਤੁਹਾਨੂੰ ਦੱਸਣਾ ਮੀਆਂ ਜੀ ਵਾਰੀ ਦੇਣਾ ਦਾ ਤੇ ਉਹਦੇ ਤਕਾਜ਼ੇ ਪੂਰੇ ਕਰਾਓਗੇ, ਇਹ ਮੈਨੂੰ ਤਾਂ ਦੱਸ ਦੇਣਾ ਤਾਂ ਕਿ ਮੈਂ ਇਸਲਾਮ ਲਿਆਉਣ ਦੀ ਤਿਆਰੀਆਂ ਕਰਾਂ। ਫਿਰਕੇ ਤੂੰ ਬਾਦਸ਼ਾਹ ਜੀ ਇਸਲਾਮ ਦਾ ਲਫ਼ਜ਼ ਕਿਹਾ ਜਾਂਦਾ ਹੈ, ਤੁਸੀਂ ਫਿਰਕੇ ਵੱਲ ਤੁਰ ਜਾਂਦੇ ਹੋ ਬਾਦਸ਼ਾਹ। ਫਿਰਕੇ ਮੈਂ ਤੇ ਫਿਰਕੇ ਦਾ ਨਾਂ ਨਹੀਂ ਲਿਆ, ਮੈਂ ਤੇ ਤੁਹਾਡੇ ਕੋਲ ਪੁੱਛਿਆ ਤਸਿਮੂ ਬਿਹਬਲਿल्लाहि ਜਮੀਅਨ ਵਾਲਾ ਤਫਰਕੂ। ਸਾਨੂੰ ਤੇ ਬਿਲਕੁਲ ਤਫਰਕੇ ਡਿਵਾਈਡ ਹੋਣਾ ਹੀ ਨਹੀਂ ਚਾਹੀਦਾ, ਸਾਨੂੰ ਤੇ ਇਤਿਹਾਦ ਪੈਦਾ ਕਰਨਾ ਹੈ। ਅਸੀਂ ਜਿਹੜੀ 5 ਨਮਾਜ਼ਾਂ ਪੜ੍ਹਨੇ ਆ
ਕੰਧੇ ਤੋਂ ਕੰਧੇ ਨਾਲ ਮਿਲਾ ਕੇ ਇਹੀ ਮਕਸਦ ਹੁੰਦਾ ਹੈ, ਇਹ ਟ੍ਰੇਨਿੰਗ ਹੁੰਦੀ ਹੈ ਕਿ ਅਸੀਂ ਇਤਿਹਾਦ ਇਤਫਾਕ ਪੈਦਾ ਕਰਨਾ ਹੈ, ਅਸੀਂ ਫਿਰਕੇ ਐਬਸੋਲੂਟਲੀ ਨਹੀਂ ਜਾਣਾ ਸਰ। ਅਲਹਮਦੁਲਿਲਾ ਅਸੀਂ ਜਿਹੜੇ ਆ ਇੱਕ ਇਮਾਮ ਦੇ ਤਾਬੇ, ਇੱਕ ਇਮਾਮ ਦੀ ਇੱਕ ਨਿਊਕਲੀਅਸ ਦੀ ਹਸੀਅਤ ਰੱਖਦਾ ਹੈ, ਦਿਲ ਦੀ ਹਸੀਅਤ ਰੱਖਦਾ ਹੈ। ਅਸੀਂ ਸਾਰੇ ਯਕਜਾਨ ਹਾਂ, ਯੂਨਾਈਟਿਡ ਹਾਂ, ਇਤਫਾਕ ਹੈ। ਔਰ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਅੱਲਾ ਦੀ ਰੱਸੀ ਜਿਹੜੀ ਹੈ ਉਹ ਖਿਲਾਫਤ ਲਾ ਮਿਨਾਜ ਨਬੂਵਤ ਹੈ, ਉਹ ਕੁਰਾਨ ਦੀ ਤਾਲੀਮ ਹੈ। ਤੇ ਅਲਹਮਦੁਲਿਲਾ ਉਹ ਰੱਸੀ ਫੱਦੀ ਹੋਈ ਹੈ। ਹੁਣ ਮੈਨੂੰ ਤੁਸੀਂ ਦੱਸੋ, ਤੁਸੀਂ ਮੈਨੂੰ ਕੋਲ ਮੁਸਲਮਾਨ ਕਰੋ ਉਸ ਤਰੀਕੇ ਨਾਲ ਕਰਨਾ ਹੈ ਜਿਸ ਤੇ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾਵਤ ਦੇ ਕੇ ਤੇ ਇਸਲਾਮ ਦੇ ਵਿੱਚ ਬੁਲਾਉਂਦੇ ਰਹਿਣ, ਜਾਂ ਕੋਈ ਨਵਾਂ ਤਰੀਕਾ ਕਰਨਾ ਹੈ? ਇਹ ਮੈਨੂੰ ਦੱਸ ਛੱਡੋ ਨਾ। ਮੈਂ ਤੇ ਤੁਹਾਡੇ ਉੱਤੇ ਤੁਹਾਨੂੰ ਤੁਸੀਂ ਦਾਵਤ ਲੈ ਕੇ ਆਏ, ਮੈਂ ਤੁਹਾਡੀ ਦਾਵਤ ਕਬੂਲ ਕਰੂੰਗਾ। ਜਿਹੜੀ ਤੁਸੀਂ ਗੱਲ ਫਰਮਾ ਰਹੇ ਹੋ ਕਿ ਜਿਸ ਤਰ੍ਹਾਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾਵਤ ਦਿੰਦੇ ਸਨ ਉਹ ਕਰਨਾ ਹੈ। ਵੇਖੋ ਮੈਂ ਤੇ ਕੋਈ ਮੈਂ ਤੇ ਸਸਪੈਂਡ ਕਰਕੇ ਆਇਆ ਸਾਂ ਆਪਣੇ तमाम ਸ਼ਈਆਂ। ਵੇਖੋ ਮੈਂ ਅਰਜ਼ ਕਰਨਾ, ਮੈਂ ਇੱਕ ਅਰਜ਼ ਕਰਨਾ। ਨਹੀਂ ਤੁਸੀਂ ਸਵਾਲ ਪੁੱਛਿਆ ਨਾ, ਮੈਂ ਜਵਾਬ ਤੇ ਦੇ ਦਿਆਂ। ਤੁਸੀਂ ਕੰਫਰਟੇਬਲ ਫੀਲ ਕਰ ਰਹੇ ਹੋ, ਮੈਂ ਦੱਸ ਦੇਣਾ। ਤੁਸੀਂ ਸਵਾਲ ਪੁੱਛਿਆ ਮੇਰੇ ਕੋਲੋਂ। ਜੀ ਮੈਂ ਕੰਫਰਟੇਬਲ ਫੀਲ ਕਰ ਰਿਹਾ ਸਾਂ। ਮੈਂ ਤੇ ਬਾਦਸ਼ਾਹ ਵੇਖੋ ਆਪਣਾ ਕੋਈ ਮਨਾਜ਼ਰਾ ਕੋਈ ਸ਼ਾਇਦ ਕਰਨ ਦਾ ਨਹੀਂ ਸੀ। ਮੈਂ ਤਾਂ ਸਿੱਧਾ ਜਿਹੜੀ ਉਹਨਾਂ ਗੱਲ ਕੀਤੀ ਮੈਂ ਤੇ ਲਿਖਣ ਲੱਗ ਗਿਆ। ਠੀਕ ਹੈ, ਇਹਦਾ ਮਕਸਦ ਇਹ ਸੀ ਕਿ ਮੈਂ ਆਪਣੇ तमाम ਹਥਿਆਰ ਰੱਖੇ ਹੋਏ ਨੇ, तमाम ਆਪਣੇ ਸਸਪੈਂਡ ਕੀਤੇ ਹੋਏ ਨੇ, ਦਾਵਤ ਦੇ ਰਹੇ। ਲੇਕਿਨ ਉਸ ਤੁਸੀਂ ਜੋ ਮਰਜ਼ੀ ਉਹਦਾ ਬਣਾਓ, ਨਾਰੇ ਮਾਰੋ, ਉਹ ਤੁਹਾਡੀ ਮਰਜ਼ੀ ਹੈ। ਹਾਂਜੀ ਅਹਿਮਦ ਸਾਹਿਬ ਦਾ ਮੈਟਰ ਹੈ। ਜਦੋਂ ਮੈਂ ਅਹਿਮਦ ਸਾਹਿਬ ਨੂੰ ਜਵਾਬ ਦੇਣ ਲੱਗਣਾ ਤੁਸੀਂ ਉੱਥੇ ਇੰਟਰਫੇਅਰ ਕਰਦੇ ਹੋ, ਲੇਕਿਨ ਜਦੋਂ ਅਹਿਮਦ ਸਾਹਿਬ ਬੋਲਦੇ ਨੇ ਤੁਸੀਂ ਉਹਨਾਂ ਨੂੰ ਬੋਲਣ ਦਿੰਦੇ ਹੋ। ਤੁਸੀਂ ਯਕੀਨ ਕਰੋ ਇਹੀ ਵਜ੍ਹਾ ਹੈ, ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੀ ਬਰਾੜ ਤੇ ਨਹੀਂ ਆਂਦਾ, ਇਹੀ ਨੰਬਰ 1 ਰੀਜ਼ਨ ਹੈ ਸਰ। ਜਦੋਂ ਮੈਂ ਗੱਲ ਕਰਨਾ ਤੁਸੀਂ ਇੰਟਰਫੇਅਰ ਕਰਦੇ ਹੋ, ਲੇਕਿਨ ਜਦੋਂ ਦੂਸਰੇ ਬੋਲਦੇ ਨੇ ਤੁਸੀਂ ਨਹੀਂ ਕਰਦੇ। ਇਹ ਫਰਕ ਹੈ। ਤਰਫੋਂ ਤੋਂ ਦਾਵਤ ਹੈ। ਹਜ਼ਰਤ ਵਲੀਦ ਨੇ ਹਮਲਾ ਕਰਨ ਤੋਂ ਪਹਿਲੇ ਉਹਨਾਂ ਨੂੰ ਦਾਵਤ ਦਿੱਤੀ ਸੀ। ਮੈਂ ਤਾਂ ਇਸੇ ਤਰ੍ਹਾਂ ਉਹਨਾਂ ਦੀ ਸੁਨਨਤ ਤੇ ਅਮਲ ਕਰ ਰਿਹਾ, ਦਾਵਤ ਦੇ ਰਹੇ। ਅੱਗੇ ਤੁਹਾਡੀ ਮਰਜ਼ੀ ਹੈ। ਮੈਂ ਨਹੀਂ ਚਾਹੁੰਦਾ ਅਸੀਂ ਅਸੀਂ ਗਰੋਹ ਦਰ ਗਰੋਹ ਖਲੋਵਾਂਗੇ ਆਪਣੇ ਨਬੀਆਂ ਦੇ ਪਿੱਛੇ। ਅਸੀਂ ਖਲੋਤੇ ਹੋਵਾਂਗੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਪਿੱਛੇ, ਆਪਣੇ ਨਬੀ ਦੇ ਪਿੱਛੇ। ਤੁਹਾਡਾ है क़यामत के दिन हर कोई ग्रोह दर ग्रोह खड़ा होगा अपने नबियों के पीछे। हम खड़े होंगे हजूर सल्लल्लाहु अलैहि वसल्लम के पीछे। देखिए आप लोगों का जो ग्रोह बनेगा वो हज़रत इमाम मेहदी जो कह रहे हैं आप, मिर्ज़ा साहब के पीछे खड़ा होगा। अब आप गौर फरमाइए, आपका दूसरा ग्रोह हो गया ना। आप कैसे जस्टिफाई करेंगे? वो अगर हज़रत ईसा का अगर ग्रोह बनना है हमारे बाद, तो वो तो नहीं है ना उनका। नहीं, इनको शान साहब को किसने कहा है कि हम जो है हज़रत मसीह इस्लाम के ग्रोह में, हज़रत मसीह इस्लाम भी उधर ही खड़े होंगे रसूल के सल्लल्लाहु अलैहि वसल्लम के साथ, ठीक है। और उनकी जमात भी, हम सब जितने भी अहमदी हैं वो भी रसूल के सल्लल्लाहु अलैहि वसल्लम के साथ खड़े होंगे। हमने बताना है, आपने तो नहीं बताना कि हमने कहाँ खड़े होना है। जी जज़ाकल्लाह। देखें शान साहब, आपकी स्पिरिट को मैं सलाम पेश करता हूँ। आप जिस तरह बुला रहे हैं वहाँ पर आपके बुजुर्गों में से सिर्फ एक बुजुर्ग का हल्का सा मैं हवाला देना चाहता हूँ। बायजीद बस्तामी रहमतुल्लाह अलैह, जिनको हज़रत जुनैद बगदादी रहमतुल्लाह अलैह ने कहा कि उनका मकाम औलिया में ऐसा ही है जैसे मलाइका में जिब्राइल का। अब बायजीद बस्तामी रहमतुल्लाह अलैह फरमाते हैं कि उन्हें भी मेराज हुई और मुराज में उन्होंने अल्लाह को अपनी आंखों से देखा, और उनके हाथ में जो परचम था वो माज़अल्लाह
रसूल अकरम सल्लल्लाहु अलैहि वआलिहि वसल्लम से बुलंद तर था। अब आप हमें उन औलिया से मुस्तफीज करवाना चाहते हैं। ऐसे अकायद रखकर आप समझते हैं ना तो जुनैद बगदादी रहमतुल्लाह का मकाम व मर्तबा कम हुआ, ना बायजीद अबू यजीद बस्तामी रहमतुल्लाह अलैह का कम हुआ। और उसके बाद मेरी लंबी हो जाएगी बात, और मैं चाहता हूं कि आप मोस्ट कंफर्टेबल रहें, इसलिए मैं आपको सिर्फ ये थोड़ा सा हवाला देना चाहता हूं कि हर एक को चाहिए कि अपनी अपनी मंजी थल्ले डांग दे के रखे। वो दूसरों के उसमें नकाइस तो नजर आते हैं, ये ना हो कि जिस चारपाई पर या नदी के उस पार जहां पर वो बहुत कंफर्टेबल महसूस कर रहे हों, तो चारपाई के नीचे कोई सपूंगला नहीं बल्कि अजदहा बंद हो। देख लें आप हमें किस तरफ बुलाना चाह रहे हैं। मैंने इसीलिए पूछा था आपसे कि क्या आप हमें उस इस्लाम की तरफ बुलाना चाहते हैं उन टर्म्स एंड कंडीशन पर जैसे रसूल अकरम सल्लल्लाहु अलैहि वसल्लम ने बुलाया था, या आज के बिदअत ज़दा तरीक़ाकार पर। जज़ाकल्लाह। बिल्कुल, आपने जो आखिरी जुमले बोले हैं वो बिल्कुल हमारे लिए राह हिदायत हैं कि हजूर सल्लल्लाहु अलैहि वसल्लम की सीरत पे अमल करते हुए आप लोग उसी पे सोचें, आप लोग भी हज और उम्रे करें। देखिए, वो आज़ादी होनी चाहिए। अभी कोई अहमदी हज करने के लिए जाते हैं, उन्हें देखिए नहीं बताना पड़ता, चीज़ें छुपानी पड़ती हैं। देखिए, हम जितनी मर्जी लच्छेदार बातें करें लेकिन हकीकत हम नहीं छुपा सकते। हमें हज करने जाना पड़ता है, हमें चीज़ें छुपानी पड़ती हैं। सऊदी अरब में आप लोगों की जमात का कोई दफ्तर नहीं, ईरान में नहीं, अफगानिस्तान में नहीं। मेरी गुजारिश सिर्फ ये है कि अगर ये सच्ची जमात होती तो तमाम मुसलमान ममालिक के अंदर इनके बड़े बड़े ऑफिसेज होने चाहिए थे, वहाँ जमात को फैलना चाहिए था, आप लोग हज करने जाते। देखिए, इसी चीज़ों से आप लोगों को नहीं फील होता कि कोई फ़र्क है। जी हाँ जी, अच्छा एक हम मिनट अल्लाह ताला तार का साहब एक सेकंड मैं थोड़ा ਜਿਹਾ ਇਹਨਾਂ ਨੂੰ मैं क्लियर करदा हाजी वाली गल ਤੇ। एक तो शान साहब मैं उम्रा करके आया हूँ और मैं जिनके साथ गया था वो गैर अहमदी थे, उनको पता मैं अहमदी था, ठीक है। और दूसरी बात, इस दफ़ा हमारे जो साबका अमीर थे यूनाइटेड किंगडम के इफ्तिकार आसफ इंक्लूडिंग फैमिली, दे वाज रॉयल गेस्ट इन सऊदी अरबिया फॉर हज दिस ईयर। तो ये आपकी बड़ी गलत फहमी है कि हम छुपा के जाते हैं, ये सिर्फ पाकिस्तान में है। सऊदी अगर आप अपने आप खुद करके देख लें टेक्स्ट उनको या ईमेल, उससे उनसे कहें कि मैं अहमदी हूँ, आई एम अलाउड टू गो इन हज और उम्रा और नॉट, आपको जवाब मिल जाएगा उसका। एज लॉन्ग एज यू से यू आर मुस्लिम, दे नॉट सेइंग विच फिक्का फ्रॉम यू। तो आपका थोड़ा सा मैंने आपको क्लियर कर दिया। अगर आपके जहन में है कि छुप के जाते हैं और हर साल जा रहे हैं, और मैं खुद भी करके आया हूँ, और चीफ रॉयल गेस्ट थे सऊदी गवर्नमेंट की तरफ से, किंग की तरफ से इफ्तिखार आसफ अपनी फैमिली के साथ सऊदी अरब हज के ऊपर। जी जज़ाकल्लाह। और शान साहब बात यह है कि आपने, मुझे जाहिर है कि बायजीद बस्तामी रहमतुल्लाह अलैह की मेराज का वाक़या तो आपने उसको डिस्कस नहीं करना। मैं करता हूँ, मुझे इजाज़त दीजिएगा। वो मैनी साहब ने बात कर दी। ठीक है। नमाज मोमिन की मेराज है, ये हदीस शरीफ है। आप भी नमाज तवज्जो से पढ़िए, आप भी मेराज की सआदत हासिल कर सकते हैं। तो ये हज़रत बायजीद बस्तामी की हम मिसाल दें और वो वाक़या करें, आप तो खुद ये जो है ना मुज़ाहिरा देख सकते हैं जनाब। यानी आपको वो मेराज हो सकती है जो रसूल अकरम सल्लल्लाहु अलैहि वसल्लम को मेराज हुए, आप ये कहना चाहते हैं? सल्लल्लाहु अलैहि वसल्लम ने अभी आप फरमाया में तो हो मैं समझता हूँ, लेकिन जिसमें इनका परचम, इनके हाथ में जो परचम है वो माज़अल्लाह रसूल अकरम सल्लल्लाहु अलैहि वसल्लम से भी बुलंदतर हो। और फिर सिर्फ ये नहीं कि एक वाक़या कहीं लिख दिया, फिर उसकी वजाहतें भी हुई हैं। शायद आप वाकिफ हों कि उनके हाथ में तो रिसालत का परचम था रसूल करीम सल्लल्लाहु अलैहि वसल्लम के, लेकिन बायजीद बस्तामी रहमतुल्लाह अलैह के हाथ में तौहीद का परचम था, और तौहीद का परचम रिसालत के परचम से बुलंदतर होता है। अब ऐसी तावील करना भी
آپ جائز بھی سمجھتے ہیں، آپ نے ڈائجسٹ بھی کر دی ہیں، اور وہ قابل تحسین بھی ہیں، وہ قابل تعویل بھی ہیں، لیکن آپ مخالف جو بار بار کہتا ہے کہ میں ذلی طور پر، میں بروزی طور پر، میں غیر حقیقی طور پر، اور اسی کے روحانی فیض سے ایک مقام پاتا ہوں، تو وہ قابل اعتراض۔ شان صاحب کبھی سوچئے گا ضرور، ذلی پر، بروزی پر، غیر حقیقی طور پر، اور ادھر کیا ہے شان؟ یہ صرف ایک ہلکا سا اشارہ کیا ہے۔ آپ کہیں گے تو انشاءاللہ تعالی میں دفاتر کھول دوں گا، اولیاء کیا کیا کہتے رہے ہیں، اور یقین کیجئے کہ میں مبالغے سے نہیں کام لے رہا۔ میں قادری سلسلے سے، میں نے آپ کو پہلے بھی بتایا تھا ایک دفعہ کہ قریبی تعلق رہا ہے، اور جو کیفیات ہوتی ہیں اس سے فرسٹ ہینڈ آگاہ ہوں، کوئی جذباتی بات نہیں کر رہا، گراؤنڈ ریالٹیز کو دیکھتے ہوئے بات کر رہا ہوں، اور انشاءاللہ تعالی ہمیشہ عزت اور احترام سے کرتا رہوں گا۔ جی ہاں، اب بتائیے، آپ ہمیں اسلام، اس اسلام کی طرف لانا چاہتے ہیں جو رسول اکرم صلی اللہ علیہ وآلہ وسلم نے لوگوں کو دعوت دی اور اسلام قبول کرایا، یا آج کے سرکاری طور پر سینکشن شدہ پوسٹ 1974 کا جو ایک تازہ ترین اسلام ہے جس پر لعن طعن بھی شامل ہے، اس کی طرف، اس گھٹا ٹوپ پر جو ہے پاتال میں گرانا چاہتے ہیں؟ آپ اگر رسول اکرم صلی اللہ علیہ وآلہ وسلم کے اسلام پر لانا چاہتے ہیں تو آمنا و صدقنا، ہم سنیں گے الحمدللہ الحمدللہ ہم مسلمان ہیں، لا الہ الا اللہ محمد رسول اللہ، ہم تو رکھتے ہیں مسلمانوں۔ میں بات کرتا ہوں۔ طاہر صاحب، جس طرح سے آپ حضور صلی اللہ علیہ وآلہ وسلم کہتے ہیں نا، یقین کریں میری تو آنکھوں میں آنسو آ جاتے ہیں، اتنا آپ گہرائی سے بات کرتے ہیں، مجھے خوشی ہوتی ہے سن کے۔ کیا حضور صلی اللہ علیہ وآلہ وسلم جب ہم یہاں سے جائیں گے، آخرت کا کوئی تو منظر ہوگا نا، تمام نبیوں سے جب بات ہوگی تو وہ آپ سے پوچھیں گے نہیں کہ میں نے کیا بتایا تھا احادیث شریف کے مطابق؟ تو وہاں تو حضرت عیسیٰ ابن مریم قرآن پاک میں 11 دفعہ ذکر آیا ہے، تو جہاں جہاں ذکر آیا ہے عیسیٰ ابن مریم ہے 4 دفعہ۔ گزارش یہ ہے کہ اگر مرزا صاحب امام مہدی تک رہتے تو ٹھیک تھا، نور الدین صاحب سے مشورے کر رہے ہیں کہ آپ جو ہے نا اس طرح سے کر لیں، ہم اس کی تعویل کر لیں گے، وہاں سے گڑبڑ ہو گئی۔ اگر مرزا صاحب امام مہدی تک رہتے تو سمجھنے کی کوشش کیجئے جو افغانستان سے صاحبزادہ صاحب آئے تھے وہ بھی سچے تھے، امام مہدی تک ٹھیک تھا، لیکن جب انہوں نے نبوت کا دعویٰ کر دیا وہاں سے ساری چیز گڑبڑ ہو گئی۔ وہ ابن مریم نہیں تھے، یہ سمجھیے نا پلیز۔ جی جی، جزاکم اللہ تعالی احسن الجزا۔ میں تو چشم تصور میں بھی آن حضرت صلی اللہ علیہ وآلہ وسلم، خدا کرے کہ آپ کی بات مکمل ہو اور ان کا دیدار نصیب ہو، ان کا قرب نصیب ہو۔ صبا نہاؤں گلاب پہنوں تو سوچنے کی کروں جسارت، وضو کروں پہلے آنسوؤں سے تو اس میں عالی جناب لکھوں، میں جب بھی اس کی محبتوں کی صداقتوں کی کتاب لکھوں تو سب سے پہلے اسے محمد کہوں، رسالت مآب لکھوں۔ معذرت۔ تو محترم، اگر اللہ تعالیٰ نے یہ توفیق دی اور رسول اکرم صلی اللہ علیہ وآلہ وسلم کی قدموں میں جگہ ملی اور انہوں نے مجھ سے سوال کیا، تو یہ عاجز روتے ہوئے عرض کرے گا کہ ہاں رسول اللہ صلی اللہ علیہ وآلہ وسلم، آپ کے حکم کی تعمیل میں ہی آپ کے غلام کو آپ کا حکم تھا کہ اگر برفوں کی چوٹیوں سے بھی رگڑ رگڑ کر بھی جانا پڑے تو میرا سلام کہنا۔ تو الحمدللہ میں نے اس کو آپ کا سلام پہنچا دیا، آپ کے کامل غلام کو، آپ کے عاشق صادق کو۔ تو میں انتہائی اطمینان کے ساتھ اللہ تبارک تعالیٰ کے حضور بھی اور آن حضرت صلی اللہ علیہ وآلہ وسلم کے حضور بھی یہ کہوں گا کہ حضور، آپ کے فرمان کے مطابق ہی آپ کے غلام کو اپنا سردار مانا ہے اور کوئی نہیں ہے، آپ ہی ہیں
کہ وہی ہے نیت، وہی ارادہ، وہی ہے منزل، وہی ہے جادہ، وہ راہ بر ہو اگر سفر میں تو ہر سفر کامیاب لکھوں۔ مرزا غلام احمد قادیانی ہوں، کوئی شاہ جی ہوں، کوئی بٹ صاحب ہوں، ہر ایک عزیز اسی لیے ہے کہ وہ ہمیں شعرائے محمد صلی اللہ علیہ وآلہ وسلم پر لے کے گیا ہے۔ یہ مرزا صاحب کے یا کسی اور کے بھی جتنے دلکش حسین نظارے ہوتے خدا جانتا ہے، مجھے اس سے قطعاً کوئی دلچسپی نہ ہوتی اگر وہ شعرائے محمد صلی اللہ علیہ وآلہ وسلم پر لے جانے والا نہ ہوتا۔ میں حلفاً کہہ سکتا ہوں، دل کی اتھا گہرائیوں سے کہہ سکتا ہوں، خدا جانتا ہے، خدا کو حاضر ناظر جانتا کہتا ہوں، مجھے قطعاً کوئی دلچسپی نہ ہوتی اگر وہ محمد عربی صلی اللہ علیہ وآلہ وسلم کے راستے پر نہ لے جاتے ہوئے۔ میں اس یقین کے ساتھ مرزا صاحب کے اطاعت کرتا ہوں، ان کو چاہتا ہوں کہ وہ رسول اکرم صلی اللہ علیہ وآلہ وسلم کے غلام ہیں، نوکر ہیں، چاکر ہیں، اور ان کی عظمت بلند کرنے کے لیے آئے ہیں۔ میں اس معاملات میں اکثر جذباتی ہونے کا اندیشہ رہتا ہے کہ چھلک نہ جاؤں کہیں میں وجود سے اپنے، ہنر دیا ہے تو پھر ظرف کبریائی دے۔ جزاک اللہ۔ صورت آپ نے باتیں کی ہیں، مجھے بہت اچھا لگا۔ میری گزارش یہ ہے طاہر صاحب، اگر مرزا صاحب جیسے آپ نے فرمایا ایگزیکٹ وہ الفاظ، وہ نوکر ہیں، چاکر ہیں، عظمت بلند کرنے آئے ہیں، یہاں تو سب ٹھیک ہے، تو وہ ایک ولی اللہ، اگر وہ بہت بڑھتے تو امام مہدی مجدد کہہ لیتے، سب ٹھیک تھا۔ جب انہوں نے نبی کا کہا اور انہوں نے یہ فرمایا، دیکھیے قرآن پاک سے استدلال ہے، 5 سورتوں میں 9 آیات میں 11 دفعہ المسیح کہا گیا ہے۔ عربی زبان کا قاعدہ ہے کہ کتاب کوئی ہو سکتی ہے، مگر الکتاب کہا جائے تو وہ قرآن پاک ہوتا ہے۔ جب مسیح کوئی بھی ہو سکتا ہے، لیکن جب المسیح کہا گیا 11 دفعہ، 11 کی 11 دفعہ وہ حضرت عیسیٰ ہیں، اور حضرت 3 دفعہ سرین لکھا گیا ابن مریم رسول اللہ۔ آپ غور فرمائیے، حضرت عیسیٰ علیہ السلام نے تشریف لانا ہے، مرزا صاحب نے وہ ٹائٹل جو لیا وہاں سے گڑبڑ ہوئی ہے۔ پلیز سمجھیے، جب ہم ایک راستے پہ جا رہے ہوتے ہیں، کہیں ہم غلط لے لیتے ہیں تو کہیں اور سمت میں چلے جاتے ہیں۔ یہاں تک مرزا صاحب بالکل ٹھیک آئے تھے۔ دیکھیے آپ ان کے ساتھ ساتھ لوگ چلے، ان کی کتنی تعریفیں کی گئیں، تو ہر چیز صحیح جا رہی تھی جب تک وہ ولی اللہ مجدد۔ دیکھیے میں آپ کو اپنا ایک واقعہ چھوٹا سا بتاتا ہوں۔ جب میں تھا اپنے گاؤں تک مجھے بتایا گیا ولی اللہ، میں سہیوال سرگودا تک آیا، مرزا صاحب مجدد تھے۔ میں لاہور پہنچا، مرزا صاحب ولی اللہ سے جو ہے نا امام مہدی بن چکے تھے۔ جب میں ٹورانٹو آیا تو پتہ چلا وہ نبی ہیں۔ جب میں نے ان کی یہاں پہ کتابیں پڑھی تو پتہ چلا مرزا صاحب نے 45 سے زیادہ دفعہ خدائی کے دعوے بھی کیے ہوئے ہیں۔ اب میں ان سب کو کیسے ہینڈل کروں؟ جی شان صاحب، آپ کے نزدیک جب سے کائنات بنی ہے اور قیامت تک سب سے افضل و اعلیٰ بعد از خدا کون سا وجود ہے؟ بعد از خدا بزرگ تو ہی قصہ مختصر۔ اور اس سے مراد میرا خیال ہے آپ آن حضرت صلی اللہ علیہ وآلہ وسلم کی ذات لے رہے ہوں۔ جزاک اللہ۔ جی ٹھیک کہ بعد از خدا بزرگ تو ہی قصہ مختصر، پلین اینڈ سمپل، رائٹ؟ وہ عروج تک پہنچے۔ آپ کو جانتے ہیں کہ صحیح بخاری کی حدیث میں پچھلے دنوں ہی پڑھ رہا تھا، پہلے بھی سنی ہوئی ہے کئی دفعہ، ایک یہودی اور مسلمان میں آپس میں بات چیت ہوئی۔ اس مسلمان نے کہا کہ ہمارے رسول سب سے افضل ہیں۔ اس نے کہا نہیں، موسیٰ علیہ السلام وہ افضل ہیں، وہ صاحب شریعت ہیں۔ یہ معاملہ رسول اکرم صلی اللہ علیہ وآلہ وسلم تک پہنچا تو جانتے ہیں رسول اکرم صلی اللہ علیہ وآلہ وسلم نے کیا فرمایا تھا؟ لا تخیرونی علی موسیٰ، مجھے موسیٰ پر فوقیت نہ دو۔ اور صرف یہ کہا نہیں ہے بلکہ اس کے حق میں دلیل بھی دی کہ عرش بری پر جب میں اس آقا صلی اللہ تبارک تعالیٰ کے حضور حاضر ہوں گا تو موسیٰ علیہ السلام اس عرش کے پائے کو تھامے ہوئے ہوں گے۔ اگر آپ کہیں گے، میں عام طور پر
अहदीस का इस तरह हवाला दे के स्कैन वगैरह वो नहीं रखता, और आपने देखा होगा कि मैं अवॉइड करता हूँ अरे मेरे लिए क्योंकि ठीक है, जी तो बयान फरमा रहे हैं मेरे लिए ठीक है, आप अच्छा बेशक ना लगाइए, आप बात करते रहिए। हाँ, उसमें बात यह है कि अल्लाह के जो बंदे होते हैं वो उनका कोई जाती एजेंडा नहीं होता कि वो आज ये हुआ है, ना तो वो दुनिया से घबरा कर उसको छुपाते हैं, ना दुनिया में अपनी फोकियत बताने के लिए खुद साख्ता दावाजात करते हैं। ये मेरा अकीदा है, मिर्ज़ा साहब हों या कोई और हो। वो आप पता है मिर्ज़ा साहब का नाम क्या, मसीतड़ के नाम के मशहूर थे, इंतहाई गोशा नशीन बंदे थे, तकरीरें करना, स्टेज पर आना, ये उनका मिजाज नहीं था। उनके इलाके में भी और ख़ानदान में भी उनको मसीतड़ कहा जाता था, वो मस्जिद में वक्त गुजारते थे, गोशा नशीन किस्म के थे। लेकिन जब अल्लाह तबारक ताला ने, जब इस्लाम के मुखालिफ चारों तरफ से हमले हुए, और शान साहब इख्तलाफ राय अपनी जगह, अगर आप गैर जानबदारी से देखिए कि किस तरह के हमले हुए, क्रिश्चियनिटी ने किस तरह हमले किए, आर्य समाज ने किस तरह हमले किए, ब्राह्मण समाज ने किस तरह हमले किए, और अपने मुख्तलिफ जो है गिरोह उन्होंने किस तरह हमले किए, तो वो मिर्ज़ा साहब ने जो मुख्य लड़ाई लड़ी, एक तरफ उन पर ये मुकदमे करवाए गए, हुकूमत को ये तासुर दिया गया कि ये खूनी मेहदी का तस्वर लेके आता है, लॉ एंड ऑर्डर का मसला क्रिएट करेगा और हुकूमत के लिए ख़तरा है बदज़न करने के लिए। और दूसरी तरफ जब उसकी वजाहत की तो ये कहा कि ये अंग्रेज़ों का खुद काश्ता पौधा है। एक तरफ मैं इसमें बहुत लंबा बोल सकता हूँ, लेकिन मैं अवॉइड करता हूँ। तो मेरे कहने का मकसद ये था कि देखिए, हज़रत सल्लल्लाहु अलैहि वसल्लम ने जब ये कहा कि ला तो खैरुनी अला मूसा, लेकिन उसके बाद रसूल अकरम सल्लल्लाहु अलैहि वसल्लम ने जो कहा कि अना सैयदुल अव्वलीन वल आखिरीन। अब देखें, बज़ाहिर ये एक खुला तज़ाद नज़र आता है। जिस तरह आपने मिसालें दी, मैं रसूल अकरम सल्लल्लाहु अलैहि वसल्लम को इल्ज़ामी रंग में भी वो नहीं कहना चाहता, सिर्फ मकसद ये है कहने का कि ये जब इनामात मिलते हैं अल्लाह के बंदों को, तो वो बग़ैर किसी मसलहत या हिकमत अमली के तहत जो उनको अता होता है उसका इजहार कर देते हैं। ना तो उनका ज़ाती एजेंडा होता है कि सेल्फ प्रमोशन को प्रमोट करना है अपने आप को, ना उनके दिल में कोई दिली ख्वाहिश होती है, और ना ही उसके मुकाबल पर दुनिया का खौफ होता है कि ये क्या कहेंगे, कुफर के फतवे लग जाएंगे, जंदीक के फतवे लग जाएंगे, दज्जाल के फतवे लग जाएंगे। बल्कि वो अल्लाह का होता है और वो कहता है कि जो खुदा का है उसे ललकारना अच्छा नहीं। जहाँ पर वो एक दफ़ा एक जगह ये कहता है कि किरमे खाकी हूँ मेरे प्यारे, ना आदमजाद हूँ बशर की जाए नफ़रत और इंसानों की यार। और दूसरी तरफ वो ये कहते हैं, सर से लेकर पाँव तक वो यार मुझ में है नेहा, ऐ मेरे बदखाह करना होश करके मुझ पे वार। तो हमें ये एक रेंज नज़र आती है कि जहाँ तक ज़ात का ताल्लुक है वो अपने आप को किरमे खाकी बता रहे हैं, और हूँ बशर की जाए नफ़रत और इंसानों की। और वो कहते हैं कि जो खाक में मिले उसे मिलता है आशना, ऐ आजमाने वाले ये नुस्खा भी आजमा। लेकिन जहाँ अल्लाह ताला उन्हें कोई नेमत अता करता है, कोई खिलत पहनाता है, तो वो इससे इनकार भी नहीं कर सकते कि दुनिया क्या कहेगी, देवबंदी क्या कहेंगे, बरेलवी क्या कहेंगे, अहले तशय्यो क्या कहेंगे, बल्कि वो खुदा की पहनाई हुई खिलत को, उसके इनाम का भरपूर इजहार भी करता है। मैं सिर्फ ये कहना चाहता था, आप भी सोचिएगा। आप बिल्कुल सही फरमा रहे हैं। मेरी गुजारिश ये है ताहिर साहब, मिर्ज़ा साहब फरमाते हैं नबूवत का दरवाज़ा बंद हो गया है, हम दावा करने वाले पर लानत भेजते हैं। अगले सफ़े पर वो फरमाते हैं मैं भी नबी हूँ, खुदा का कोई, अच्छा फिर आगे चलते हैं, हम देखते हैं उनकी किताबों में खुदा का कोई बेटा नहीं। देखो ईसाइयों ने हज़रत ईसा को बेटा बनाया हुआ है, यानी हमें पढ़ा रहे हैं, वो सही बता रहे हैं, तालीम दे रहे हैं। अगले लम्हे में मिर्ज़ा साहब फरमाते हैं इस्महु वलदी, मैं खुदा का बेटा हूँ,
خدا نے فرمایا اے میرے بیٹے میری بات سن. ہر بات میں مرزا صاحب کی اس طرح تضاد کیوں ہے؟ ایک صحت مند انسان کے کلام میں تضاد نہیں ہوتا. طاہر صاحب اس پہ کامنٹ کیجئے. جی، تضاد جن کو نظر آتا ہے ان کو یہ بھی آئے گا کہ ایک وقت میں کہہ رہے ہیں کہ لا تخیرونی علی موسیٰ، اور بھی بہت ساری احادیث مل جاتی ہیں جن میں یہ بھی ہے لا تخیرونی علی یونس بن متی اور لا تخیرونی علی ابراہیم، اس طرح کی اور بھی حدیث. لیکن یہ چونکہ میں نے چند دن ہوئے میری آنکھوں کے سامنے تھی، بخاری کی صحیح حدیث کی ہے جو میں نے آپ کے سامنے پیش کی ہے، میں ان کو اوائڈ کرتا ہوں، رائٹ. لیکن پھر یہ فرماتے ہیں کہ انا خاتم النبی، انا سید الاولین والآخرین. تو اس میں جو نام ماننے والے ہیں ان کے لیے کھلا کھلا تضاد ہے. جہاں پر ایک دفعہ کہتے ہیں کہ لا اکراہ فی الدین لکم دینکم ولی دین، اور دوسری طرف فتح مکہ کے بعد وہاں پہ علاقے میں کوئی ٹیمپل، کوئی کسی اور کی عبادت گاہ میں نظر نہیں آتی. تو یہ جو تضادات بظاہر نظر آتے ہیں یہ ایک کم علمی اور کم فہمی کی وجہ سے ہوتے ہیں. ہاں، آپ نے اب جو سنجیدہ کیا، شاید آپ کا وہ اشارہ ہو ان الہامات کی کہ انت منی بمنزلت توحیدی و تفریدی، یا اس طرح کے الہامات ہوتے ہیں. اگر کوئی بھی احمدی کسی بھی وقت جس طرح آپ تاثر دینا چاہتے ہیں کہ مرزا غلام احمد قادیانی علیہ الصلوۃ والسلام اللہ کے بیٹے ہیں، تو خدا کی قسم وہ کفر پر ہیں. اگر کوئی یہ سمجھتا ہے کہ مرزا غلام احمد قادیانی علیہ الصلوۃ والسلام نے خدائی کا دعویٰ کیا ہے، تو خدا کی قسم کھا کے، میں قسم اٹھانے کو انتہائی برا سمجھتا ہوں، لیکن صرف اس وقت میں کہہ رہا ہوں کہ وہ کفر پر ہیں، وہ جھوٹ بول رہے ہیں، وہ کم فہم ہیں، وہ کم عقل ہیں. انہوں نے مرزا غلام احمد قادیانی کے اس پیغام کو سمجھا نہیں ہے. وہ اللہ واحد لا شریک، صرف ایک خدا کی، محمد عربی صلی اللہ علیہ وآلہ وسلم کو، لیکن وہ خدا جو زندہ ہے، جو اب بھی بولتا ہے جیسے کل بولتا تھا، وہ اب بھی سنتا ہے جیسے پہلے سنتا تھا، اس کی کوئی صفت بھی کالعدم نہیں. ہمارا بہشت ہمارا خدا ہے، ہماری اعلیٰ لذات ہمارے خدا میں ہیں. کیونکہ مرزا صاحب کہتے ہیں کیونکہ میں نے اسے دیکھا اور ہر ایک خوبصورتی اس میں پائی. یہ دولت لینے کے، اے محرومو اس چشمے کی طرف دوڑو کہ یہ تمہیں سیراب کرے گا. یہ زندگی کا چشمہ ہے جو تمہیں بچائے گا. میں کیا کروں اور کس طرح یہ منادی کروں، کس دف سے میں منادی کروں، اور کس طرح میں کیا علاج کروں کہ لوگ سننے کے لیے لوگوں کے کان کھلیں. خدا جانتا ہے. مرزا غلام احمد قادیانی علیہ الصلوۃ والسلام اللہ وحدہ لا شریک، جس کا کل هو اللہ احد اللہ صمد لم یلد ولم یولد، اس کے علاوہ کسی اور الوہیت کی طرف اشارہ تک نہیں کرتے. اگر کوئی سمجھتا ہے تو میں حلفاً کہتا ہوں کہ یہ اس کی نادانی ہے، اس نے اس کے مفہوم کو نہیں سمجھا. اور آپ نے پھر بات کی کہ ایک جگہ کہتے ہیں وہ نبوت کفر ہے اور دوسری طرف یہ ہے. میں بڑے وثوق کے ساتھ، آپ جس بات پر میرے لیے مٹھائی کا ٹوکرا لے کر آئے تھے، آپ کو یاد ہوگا، حسینی صاحب کی براٹ پہ ہی. میں ایک بات پھر کہتا ہوں کہ مرزا غلام احمد قادیانی علیہ الصلوۃ والسلام نے کسی ایسی نبوت کا دعویٰ نہیں کیا جو آن حضرت صلی اللہ علیہ وآلہ وسلم کے بتائے ہوئے اور ان کے فیض سے باہر ہو، اور اس نبوت کا کوئی اشارہ تک نہیں ملتا. اور آپ کی موجودگی میں حسینی صاحب سے ہر ایک عبارت میں جہاں بھی انہوں نے نبوت کا دعویٰ کیا ہے آپ کو تفصیل سے بتایا ہے، تفصیل سے. ہاں، ذلی طور پر نبی ہوں، بروزی طور پر نبی ہوں، عکسی طور پر نبی ہوں، غیر حقیقی طور پر نبی ہوں، تو شان صاحب اسی کو عام اصطلاح میں فنا فی الرسول کہتے ہیں. اس پر تفصیل سے بات ہوئی ہے. بہت خوب طاہر صاحب، آپ نے بڑی پیاری بات کر دی. جو آخری جملے تھے نا، فنا فی الرسول اور یہ سب، میں کائنڈلی آپ کو بتا دوں جو بتوں کی پوجا ہے یہ کیسے شروع ہوئی تھی. یہ شیطان نے بہکایا تھا لات، عزا، منات، ان کے بارے میں، جن کے خانہ کعبہ میں بت رکھے ہوئے تھے. پہلے یہ بہت نیک بزرگ ہوا کرتے تھے، لوگ ان سے بہت پیار کرتے تھے، یہ اچھی نصیحتیں کرتے تھے. جب یہ چلے گئے اس دنیا سے تو لوگ ان سے پیار کرتے رہتے ایک جنریشن تک.
اگلے آنے والی جنریشن میں شیطان نے کہا کہ ان کے آگے کچھ کھانا رکھ دیا کرو، ان کا بھی ہوگا، ان کے لیے تم کیوں نہیں کہ لکڑی سے کچھ بنا دیتے، پتھر سے کچھ تراش دو. تو اس طرح لات، عزا، منات ان لوگوں کے بت بنا دیے گئے، ان کے آگے چڑھاوے چڑھانا شروع کر دیے گئے، اور جنریشنیں آتی چلی گئیں اور پوری بت پرستی ہو گئی. گزارش یہ ہے جو آپ نے باتیں کی بہت خوبصورت ہیں. مرزا صاحب کہہ رہے ہیں غیر حقیقی طور پہ، ذلی طور پہ، بروزی طور پہ. 1914 تک اس طرح سے سلسلہ چلتا رہا. اب آپ غور فرمائیے 2014 میں مرزا مسرور صاحب نے بھی ایک خط لکھا ہے یو کے کی طرف اپنے مربیوں کو، جس میں انہوں نے انسٹرکشنز دی ہیں کہ لوگوں کو واضح طور پہ بتاؤ کہ مرزا صاحب نبی ہیں. آپ غور فرما رہے ہیں، طاہر صاحب فرما رہے ہیں غیر حقیقی طور پہ، ذلی، بروزی، یعنی ہلکا ہلکا عکس آ رہا ہے مرزا صاحب کا، ٹھیک ہے، اور مرزا صاحب یہ دعوے فرما رہے ہیں. لیکن اب 5ویں خلیفہ تک آنے تک 130 سال بعد انسٹرکشنز کیا جا رہی ہیں مربیوں کو کہ لوگوں کو مکمل طور پہ بتاؤ. اب ہماری جڑیں بن چکی ہیں دوسرے ملکوں میں، لوگوں کو بتاؤ کھل کے ہم نبی ہیں. جیسے میں نے آپ سے عرض کی تھی، میں اپنے گاؤں میں تھا، شہر تک آتے آتے مرزا صاحب صرف تھے مجدد، ولی اللہ، امام مہدی. لیکن جوں میں باہر آتا گیا ملک سے باہر، ان کی نبوت کا جو فریز تھا وہ بہت کامن ہونے لگ گیا. یہ پلیز اس پہ کامنٹ کیجئے کہ وہ مکمل نبوت ہے، آپ ہلکا ہلکا ان کا یہ آواز مجھے نہیں آ رہی یا کسی نہیں کو بھی نہیں آ رہی ہے طاہر صاحب، مجھے آ رہی ہے. ان کا ایک تو میں یہ جواب دے دوں، میں جب سے میں نے ہوش سنبھالا ہے نا. یہ آواز آ رہی ہے میری؟ ہاں جی طاہر صاحب آ رہی ہے، میری آ رہی ہے آپ کو؟ طاہر صاحب کو لگتا ہے ہماری آواز نہیں جا رہی، لگتا ہے. طاہر آواز صاحب میری آواز آ رہی ہے؟ کہ میں ڈسکنیکٹڈ ہوں؟ میاں صاحب اتار کے دوبارہ لے لیں. ایک تو شان صاحب کو میں بتا دوں، جب سے میں نے ہوش سنبھالا میرا وہی بلیو ہے. آپ کہہ رہے 2014 میں حضور نے جو ہے نا وہ بولا ہے کہ دنیا کو بتائیں کہ وہ نبی تھے. میں نے تو حدیث پڑھی ہوئی ہے، رسول کے صلی اللہ علیہ وسلم نے بتایا کہ نبی اللہ ہوں گے، تو ہم کیسے کہہ سکتے ہیں کہ وہ 2014 میں جا کے بولا ہے کہ بتائیں؟ ہیلو، طاہر صاحب ایک دفعہ میوٹ کر کے انمیوٹ کریں، دوبارہ لے لیں میاں صاحب. جی السلام علیکم. اب آواز آ رہی؟ اب آ رہی ہے، پہلے نہیں آ رہی تھی. جی شان صاحب، میں سوری، میں آپ کی بات نہیں سن سکا، آپ نے کہا تھا. میں یہ عرض کر رہا تھا جو آپ نے باتیں کی ہیں مرزا صاحب کی نبوت کے بارے میں، ذلی، بروزی، غیر حقیقی، اسی طرح آپ نے فرمایا نا، تو بات ریپیٹ ہو جائے گی. کائنڈلی جو وہ نبوت ہے وہ بالکل ہلکا سا ایک سایہ سا نظر آتا ہے، لیکن لات، عزا، منات جن کے خانہ کعبہ میں بت تھے فتح مکہ کے موقع پر، یہ 2 سے 3 جنریشن کے بعد لوگوں نے چڑھاوے چڑھا کے بت یہ بنا میں نے سن لی، کے جو ہے نا یہ پوجا میسج شروع سن ہو لیا. گئی. جی جی، ان یہ کی میں نے پوجا سن لیا. شروع ہو گئی 2 سے 3 سال بعد. دیکھیے جب مرزا صاحب تشریف لائے ہوئے تھے اس وقت وہ ہلکا ہلکا عکس دے رہے تھے، میں نبی ہوں نہیں ہوں، وہ خود بھی یہ فرماتے تھے، ایک کنفیوژن کا شکار تھے. 1901 میں دعویٰ کیا، اس کے 4 سال بعد بھی دعویٰ کرتے تھے، واپس لے لیتے تھے. پھر انہوں نے اشتہار بھی شائع کیے، 80,000 اس کی کاپی تھیں، جہاں جہاں نبی لکھا ہوا ہے میری کتابوں میں اس کو کاٹ کے مجدد لکھ دو. آپ غور فرما رہے ہیں کہ ایک کنفیوژن تھا مرزا صاحب کا بھی. آج آپ اتنے وثوق سے کہتے ہیں کہ وہ نبی تھے، لیکن ان کی تحریرات میں جہاں جہاں انہوں نے لکھا ہے اس کو کاٹا ہوا شمار کریں. تو یہ جو ایک کنفیوژن ہے، اب نئی آنے والی جنریشنیں لات، عزا، منات کی طرح ان کو نبی ماننے لگ گئی ہے، وہ کہہ رہے ہیں میں نہیں نبی ہوں. تو آپ فرق سمجھ رہے ہیں پلیز؟ جی، مصروف ہے سینوں میں ایک آزر پوشیدہ، کچھ بت ہیں تراشیدہ، کچھ غیر تراشیدہ. آپ نے جو مثالیں دی ہیں، لات، منات، عزا اور اس کی، محترم میں اسے ذاتی طور پر ان کی مثالوں سے دینا مناسب نہیں سمجھتا تھا. لیکن آپ پتہ ہے کہ لات جو ہے
وہ اللہ کا مؤنث ہے، اور زمانہ جاہلیت میں جو اللہ کا دیوتا تھا یا جو ان کو بھی پوجتے تھے وہ چاند دیوتا کی طرح پوجتے تھے، اور لات مسز اللہ، معاذ اللہ نعوذ باللہ نقل کفر نہ باشد، صرف ان کا مفہوم بنانے کے لیے کہہ رہا ہوں کہ وہ ان کی بیگم صاحبہ تھی، اور منات اور عزا ان کی لڑکیاں، ان کی بیٹیاں شمار کی جاتی تھیں، معاذ اللہ۔ تو وہ توحید کا جو کانسیپٹ اللہ تبارک تعالیٰ نے رسول اکرم صلی اللہ علیہ وآلہ وسلم کے ذریعے ہمیں دیا اور ہمارے سینے اس نور سے بھر گئے، مرزا صاحب کو ان کے ساتھ موازنہ کرنا میں قطعاً ناانصافی سمجھتا ہوں، لیکن بہرحال آپ کا حق تھا، آپ نے ادا کر دیا۔ میں کانسیپٹ عرض کر رہا ہوں۔ جی میں سمجھا، میں اسی لیے میں آپ پر کوئی جرا نہیں کر رہا، آپ کا حق ہے، آپ نے کہہ دیا، میں نے صرف اپنے جذبات کا اظہار کرا۔ اب آپ نے ایک اور لفظ جو میں کسی کے بھی اکابر کے بارے میں ایک رائے دینا کہ وہ کنفیوز تھے، کنفیوژن کا شکار تھے، آپ سمجھ سکتے ہیں ایز اے نان بلیور۔ میں یہ سمجھتا ہوں کہ جیسے انہوں نے فرمایا ہے ایک غلطی کے ازالے میں بھی اور بعض دفعہ بھی، کہ جب ان کے ایک مرید نے کہا کہ وہ نبی نہیں ہے تو اس کی اس غلط فہمی کو دور کرنے کے لیے آپ نے کہا کہ یہ ٹھیک نہیں ہے، لیکن جہاں پر ٹھیک کہا ہے، اصلاح کی ہے، اس میں بھی انہوں نے ذلی طور پر نبی ہوں، بروزی طور پر نبی ہوں، غیر حقیقی طور پر نبی ہوں، عکسی نبی ہوں، اور اس کی وضاحتیں بھی دی ہیں۔ وہ جہاں پر آپ کو ریلیکٹنسی نظر آتی ہے وہ ان کے ذاتی طور پر کوئی ایمبیشن نہیں ہے کہ ان کو اس مقام پہ پہنچایا جائے۔ اس طرح پتہ چلتا ہے کہ وہ ولی اللہ ہے، وہ اللہ کا دوست ہے، وہ اللہ پر بھروسہ کرتا ہے، جو اللہ نے خلت پہنائی ہے اس سے، اسے پہننے سے انکار بھی نہیں کرتا، اور ڈرتا بھی نہیں ہے دنیا سے۔ لیکن غلط فہمی لوگوں کو نہ ہو کہ عام طور پہ ہوتا ہے ایک نبی آتا ہے، وہ اس میں کوئی امینڈمنٹ کرتا ہے، کوئی نئی تعلیمات لاتا ہے، ایک مستقل، اور یہ بھی لفظ ہے غیر مستقل طور پر نبی ہوں، اور اس کا بھی ایک لطیف مضمون ہے، آپ چاہیں گے تو میں اس کی وضاحت کر دوں گا۔ تو جہاں پر آپ کو یہ کنفیوژن نظر آتی ہے یا ریلکٹنسی نظر آتی ہے وہ یہی ہے کہ ایک فائن لائن ہے، نہ تو میں نے دنیا کے ڈر سے اللہ تعالیٰ نے جو خلت مجھے پہنائی ہے اس سے انکار کرنا ہے، اور نہ ہی اپنے نفس کی کسی خواہش کے تحت کسی ایسے عہدے کا دعویٰ کرنا ہے جو اللہ تعالیٰ نے نہیں دیا۔ تو میرے نزدیک ایز اے بلیور مرزا صاحب کو جانتے ہوئے ان کو جتنا پڑھنے کی توفیق ملی، کریٹیکل بھی پڑھنے کی توفیق ملی، اور ایک احمدی کے طور پر بھی بچپن سے ان کی مختلف کتب، ان کے پیغامات سننے کی توفیق ملی، تو شان صاحب میں بڑے وثوق کے ساتھ یہ کہہ سکتا ہوں کہ میں مرزا صاحب کے ہر دعوے میں ان کو سچا پاتا ہوں، اور ہرگز کسی ایسی نبوت کا دعویٰ نہیں ہے جو اسلام میں، جو رسول اکرم صلی اللہ علیہ وآلہ وسلم کی تعلیمات سے باہر ہوں۔ جب وہ انکار کرتے ہیں تو اس نبوت کا انکار کرتے ہیں جو لوگوں کے ذہنوں میں تصور ہے، جس طرح منفی پراپوگنڈا کیا جاتا ہے کہ مرزا صاحب معاذ اللہ نعوذ باللہ رسول اکرم صلی اللہ علیہ وآلہ وسلم کے مقابل پر کوئی نئی کمپنی کا اجرا کیا ہے، جس طرح آپ نے بھی فرمایا کہ ہم تو رسول اکرم صلی اللہ علیہ وآلہ وسلم کے ساتھ کھڑے ہوں گے اور آپ کہاں کھڑے ہوں گے۔ تو محترم، میں اسی طرح پھر میں آپ سے بھی سوال کر سکتا ہوں کہ شان صاحب، جب ہم رسول اکرم صلی اللہ علیہ وآلہ وسلم اللہ کے حضور حاضر ہوں گے، میں تو یہ کہہ دوں گا کہ یا رسول اللہ صلی اللہ علیہ وآلہ وسلم، میں نے مرزا غلام احمد علیہ السلام کی عزت کی، توقیر کی، محض اس وجہ سے کہ یہ آپ کے غلام ہیں۔ تو محترم، جب آپ سے رسول کریم صلی اللہ علیہ وآلہ وسلم پوچھیں گے کہ شان صاحب میرا ایک غلام آیا اور اس نے اس طرح بات کی، میرا ایک عاشق صادق آیا، تو آپ نے اس کی مخالفت کی، تو محترم آپ بتائیے کہ آپ کیا جواب دیں گے؟ جزاک اللہ۔ میں عرض کرتا ہوں، مرزا صاحب نے فرمایا ہے جب کوئی نبی آ جائے تو اس کی بات ہوگی، یعنی کہ جب آپ گفتگو فرمائیں گے مرزا صاحب کی کتابوں کے حوالے ہوں گے، ان کی اخلاق، ان کی سیرت کی بات ہوگی، ہمیں اب یہی کرنا چاہیے۔ لیکن جب ہم اینالائز کرتے ہیں آپ کی کسی براڈ پہ روحانی خزائن، اس کا
کوئی سلسلہ نہیں ہوتا. آپ بے شک جتنے مرضی صفحے آگے پیچھے پڑھ لیں لیکن آپ لوگ الاؤ نہیں کرتے. ایسی کیا وجہ ہے ان کتابوں میں کہ اتنی کیوں آپ لوگ مرزا صاحب کا نام لے دیں آپ لوگوں کی براڈوں پہ آپ لوگ ایک دم برا منا جاتے ہیں, لڑنا چاہتے ہیں سب حضرات. اس چیز کو میں نے دیکھتے ہوئے نا, پلیجرائز کمپیوٹر ہوتا ہے, بچوں کا جو ہوم ورک بھی دیا جاتا ہے نا, تو ایک ٹیچر ہوتے ہیں 2,50,000 پاؤنڈ کا ملتا ہے, یہ یونیورسٹیز کے اندر ہوتا ہے, اس کے اندر ڈالا جاتا ہے. اس پہ بائبل کو انالائز کیا گیا تو پتہ چلا اس کے 40 رائٹرز ہیں, 40 رائٹرز. اس پہ قرآن پاک کو انالائز کیا گیا تو پتہ چلا یونی لیٹرل سوچ ہے, یعنی کہ اس کو بیان فرمانے والا ایک رائٹر ہے. اور جب مرزا صاحب کی کتابیں 23 جلدوں کو جب انالائز کیا گیا تو پتہ چلا اس کو اپلوڈ کیا گیا براڈ ایکسپیکٹرم میں چیک کرنے کے لیے, تو 79% میں پتہ چلا کہ یہ کاپی پیسٹ ہے, اور 7 to 8 پیپل نے اس کو لکھا ہے. مرزا صاحب کے ہم قریب کے جب حضرات کو دیکھتے ہیں, حکیم نور الدین صاحب, قاضی یار محمد صاحب, عبد الکریم سیالکوٹی صاحب, یہ سب حضرات جو ان کے اس وقت کے الفاظ گفتگو کرنے کی طریقے تھے, مرزا صاحب جب گفتگو کرتے ہیں وہ فرماتے ہیں آوے لاوے جاوے, اس طرح کی ان کی لینگویج تھی جو بہت زیادہ صاف ستھری لینگویج ہے. فارسی تو آپ دیکھ سکتے ہیں کہ وہ قاضی یار محمد صاحب ان ہو رہے ہیں یا عبد الکریم سیالکوٹی صاحب تشریف لا رہے ہیں, تو یہ ان کی رائٹنگز میں تضاد ہے. 7 to 8 پیپل نے, کمپیوٹر نے ہمیں بتایا ہے کہ یہ 7 سے 8 لوگوں نے کٹ اینڈ پیسٹ کیا ہے, مختلف جگہ سے باتیں لی گئی ہیں. جی آپ اس کمپیوٹر علیہ السلام کو وقت کا امام سمجھ لیں اور باقی ساری رہنمائی ہے اس کمپیوٹر علیہ السلام سے حاصل کر لیں, یہ آپ کی مرضی ہے. اگر 7 یا 79 بندوں کی صلاحیت اس ایک مرد مجاہد میں نظر آتی ہے تو میں تو اس کو حضرت مرزا غلام احمد قادیانی علیہ الصلوۃ والسلام کی ایک شان سمجھتا ہوں کہ یہ جو کام انہوں نے کیا ہے, جو عربی میں عبارات لکھی ہیں, جو عربی میں انہوں نے اشعار بیان کیے ہیں, جو فارسی میں ایک لاجواب کلام عطا کیا ہے, جو اردو میں اتنے لکھے ہیں, جو 84 کی کتابیں لکھ دی ہیں, تو لگتا نہیں ہے کہ ایک شخص یہ کام کیسے کرتا ہے. واقعی انسان ورتہ حیرت میں پڑ جاتا ہے. اور اگر کمپیوٹر کی بھی ابھی تک اس طرح اتنی استطاعت نہیں ہوئی کہ اس کو صحیح انالائز کر سکے, اور اب تک جو کمپیوٹر کے جو فائنڈنگ ہے بقول آپ کے اس کو بھی فیس ویلیو دیکھوں, تو میں مرزا غلام احمد قادیانی علیہ الصلوۃ والسلام کو سلیوٹ کرتا ہوں, سلام پیش کرتا ہوں, اور اپنے آپ کو خوش قسمت سمجھتا ہوں کہ نور خیر البشر سے جو روشن ہوا, شکر ہے وہ مہتاب ہم کو ملا, غیر سے مانگتے رہ گئے جو دیا, ان کی قسمت میں اب تک اجالا نہیں. یہ میں بات جذباتی طور پر نہیں, بڑے تحمل سے, بڑے وثوق سے کہہ سکتا ہوں کہ اپنے کمپیوٹر کو بڑا ہونے دیجئے. 3-4 جنریشنز اور ہوں گی جب شاید کچھ اور $1 ملین کا کمپیوٹر آ جائے گا اور وہ حق اور سچ کا فیصلہ کرنے لگے گا, تو انشاءاللہ تعالی محمد عربی صلی اللہ علیہ وآلہ وسلم کا عاشق صادق, ان کا غلام, یہ جری اللہ فی حلول الانبیاء, یہ سلطان القلم, اس کو دنیا مان لے گی کہ واقعی این سعادت بزور بازو نیست. جزاک اللہ. جی بہت خوبصورت بات. میں آپ سے عرض کر رہا ہوں کہ
سکتا ہے طاہر صاحب نے اور حضرات ہوں کہ میں آپ نے سوال ڈائریکٹ کیا مجھ سے کہ آپ رسول اکرم صلی اللہ علیہ وآلہ وسلم کو کیا جواب دیں گے. میں نے اپنا بھی جواب دے دیا، اور پھر میں نے آپ سے بھی سوال کیا کہ جب آپ سے رسول اکرم صلی اللہ علیہ وآلہ وسلم پوچھیں گے کہ میرا امام مہدی آیا، میرا غلام آیا، میرا نوکر آیا، میرا چاکر آیا، میرا پیغام لے کر آیا، تو تم نے اس کی مخالفت کیوں کی، تو آپ رسول اکرم صلی اللہ علیہ وآلہ وسلم کو کیا جواب دیں گے؟ جزاک اللہ. یہ شان صاحب ابھی جواب دے دیں، پہلے بھی آپ نے دیا اس بات کا. اگر مرزا صاحب فرماتے امام مہدی تک رہتے تو ہم تھوڑا سا اس کے اندر آ سکتے تھے. ہمیں تو احادیث شریف کے ذریعے جی پی ایس لوکیشن تک بتائی گئی ہے کہ امام مہدی خانہ کعبہ کا طواف کر رہے ہوں گے، جب وہ مقام ابراہیم کے پاس پہنچیں گے تب لوگ ان کے ہاتھ پہ بیعت کریں گے. یعنی پن پوائنٹ ٹو دا اشاریہ میں نہیں، جی پی ایس لوکیشن. حضرت عیسیٰ علیہ السلام کی ہمیں لوکیشن بتائی گئی ہے کہ دمشق کی مسجد کے مشرقی گنبد کے اوپر وہ تشریف لائیں گے. تو ایسے میں اب ایک انڈیا میں تشریف لا رہے ہیں. سورہ ابراہیم کی آیت نمبر 4 ہے، وہ اس طرح سے شروع ہوتی ہے وما ارسلنا من رسول. اس میں ہے کہ ایک معیار نبوت بیان کیا گیا ہے، ہم نے آج تک ایسا نبی نہیں بھیجا سوائے اس قوم کی زبان میں بات کرنے کے. یعنی کہ مرزا صاحب کی گفتگو پنجابی میں لکھی ہونی چاہیے تھی، وہ پنجابی تھے. آپ غور فرما رہے ہیں، یہیں سے ہمیں پتہ چلتا ہے کہ وہ نبی نہیں تھے. جی آپ شاید آپ جانے بھی والے ہیں، تو میں آپ کو اس دیکھیں، اگر وہ کہتے ہیں نا کہ جہاں پر جو دعویٰ ہو تو اس کے اوپر پھر منی بھی وہاں پر لگاتے ہیں. اگر مسلمان یہی سمجھتے ہیں کہ عیسیٰ علیہ السلام نے دمشق کی جامع مسجد میں ان کا ظہور ہونا ہے، ان کا نزول ہونا ہے، تو اس وقت تو چاہیے کہ ان کے استقبال کے لیے تمام مسلمان اپنی تمام دولتیں، ان کو فرش سے لے کر اس مینارے تک ایسی فیسیلیٹیز بنا دیں، اور اس خطے میں خدام المرسلین کا ایک ایسا پہرا ہو کہ اس کی کوئی مثال نہ ملتی ہو کائنات میں. آج تک کسی نے ایسا پہرا نہ دیا ہو، ایسا کوئی پلیٹ فارم نہ اب تک نبی کے استقبال کی تیاریاں وہ کی ہوں. اس کا تو مثال ہی نہیں ہونی چاہیے. وہ تو لوگ بھول جائیں کہ ریاض میں کیا ہے، مدینے میں کیا ہے. مکہ مدینے کی تو اپنی اہمیت ہے، لیکن اس کے بعد جو اسٹیٹ آف دا آرٹ استقبال حضرت عیسیٰ علیہ السلام کا ہونا چاہیے. اگر واقعی یہ ایمان رکھتے ہیں کہ انہوں نے اسی مسجد میں آنا ہے، تو اس مینار کو تو سونے کا بنا دیں، اس پر تو ایسی فیسیلٹی بنا دیں کہ جب حضرت عیسیٰ علیہ السلام کا نزول ہو تو پوری دنیا میں ایک سسٹم ایسا ہو کہ پوری دنیا کو پتہ چل جائے، لائیو ٹرانسمیشن ہو. تو وہاں پہ تو ایسے انتظام ہونے چاہیے، لیکن نہیں ہوتے. جب اب پن پوائنٹ جی پی ایس نے آپ کو وہ بتا بھی دیا ہے، تو وہاں پر جناب فیسیلٹی تو بنائیں، آج سے زندگیاں تو وقف کریں. ہمیں تو بنا لی ہے نا، جہاں مقام ابراہیم کے پاس حضرت امام مہدی نے نہیں شان صاحب، اور آپ کی اطلاع کے لیے عرض ہے کہ آپ پہلے تو وہ مینار اس جنگ میں وہ شہید ہو گیا ہے، وہ گر گیا ہے، تو اس کو تو جا کے بنوائیں پہلے جہاں کہ پر آنا ہے انہوں نے. حضرت عیسیٰ بنی اسرائیل تشریف لا رہے ہیں، 2.38 بلین ان کی تعداد ہے، شان ان صاحب کو آپ کی گائیڈ ساری کریں گے. باتوں کا جواب 1 منٹ میں دیتا ہوں. شان صاحب بڑی معذرت کے ساتھ میں بڑی خاموشی سے سن رہا تھا، تو لیکن میں دیکھ رہا ہوں کہ ابھی آپ دیکھیں جی سورہ صف کی آیت نمبر 7 میں اللہ تعالیٰ نے بڑی وضاحت کے ساتھ بتایا حضرت عیسیٰ علیہ السلام اپنے آنے والے
बाद अपने बाद आने वाले एक नबी की पेशगोई बयान मैं फरमाएं। पहले ही जा रहा था, मैं आपसे सलाम करके इजाज़त लूँगा, सॉरी मुझे जाना है असल में, सॉरी। क्यों जी, अब बैठे हैं अभी तो आपको जवाब देने लगे। दावत इस्लाम दी, बहुत शुक्रिया आपका। इब्ने माजा आप थोड़ी देर बाद आते तो थोड़ी देर